Good morning everybody. Welcome to the official channel of Erudition Studies. ਅੱਜ ਦੇ ਮਾਰਨਿੰਗ ਸੈਸ਼ਨ ਦੇ ਵਿੱਚ ਅਸੀਂ ਪੋਲਿਟੀ ਦੀ ਥਿਊਰੀ ਦਾ ਡੇ 4 ਕਰਨ ਵਾਲੇ ਹਾਂ ਔਰ ਇਸ ਤੇ ਤੁਹਾਨੂੰ 3 ਲੈਕਚਰ ਆਲਰੇਡੀ ਮਿਲ ਚੁੱਕੇ ਹੈ। ਜਿਹੜੇ ਸਟੂਡੈਂਟ ਫਸਟ ਟਾਈਮ ਇਸ ਸੈਸ਼ਨ ਨੂੰ ਦੇਖ ਰਹੇ ਹੈ ਪਹਿਲਾਂ ਪਲੀਜ਼ ਉਹ ਵਾਲੇ 3 ਲੈਕਚਰਸ ਦੇਖ ਲੈਣਾ। ਉਸ ਦੇ ਨਾਲ ਤੁਹਾਨੂੰ ਅੱਜ ਦਾ ਲੈਕਚਰ ਸਮਝਣ ਦੇ ਵਿੱਚ ਜ਼ਿਆਦਾ ਆਸਾਨੀ ਹੋਏਗੀ। ਓਕੇ, ਔਰ ਅਗਰ ਤੁਸੀਂ ਇਹ ਵਾਲੀ ਥਿਊਰੀ ਦੀ ਪੋਲਿਟੀ ਦੀ ਸੀਰੀਜ਼ ਨੂੰ ਪਹਿਲਾਂ ਹੀ ਫੋਲੋ ਕਰਦੇ ਪਏ ਹੋ ਔਰ ਤੁਸੀਂ ਤਿੰਨੋਂ ਲੈਕਚਰ ਦੇਖੇ ਹੈ ਤਾਂ ਤੁਹਾਨੂੰ ਹੁਣ ਤੱਕ ਸਮਝ ਆ ਗਿਆ ਹੋਏਗਾ ਕਿ ਮੈਮ ਹਮੇਸ਼ਾ ਇਸ ਨੂੰ 0 to ਹੀਰੋ ਵਾਲੀ ਸੀਰੀਜ਼ ਕਿਉਂ ਬੋਲਦੇ ਨੇ, ਹੈ ਨਾ। ਤੁਸੀਂ ਚਾਹੇ ਕਿਸੇ ਵੀ ਬੈਕਗਰਾਉਂਡ ਤੋਂ ਹੋ, ਚਾਹੇ ਤੁਸੀਂ ਸਾਇੰਸ ਪੜ੍ਹੀ ਹੋਈ ਆ, ਮੈਥਸ ਕੀਤਾ ਹੋਇਆ, ਕਾਮਰਸ ਦੇ ਸਟੂਡੈਂਟ ਹੋ, ਬਟ ਅਗਰ ਤੁਸੀਂ ਇਹ ਵਾਲੀ ਸੀਰੀਜ਼ ਦੇਖ ਰਹੇ ਹੋ, ਠੀਕ ਹੈ, ਤਾਂ ਤੁਹਾਨੂੰ ਪਤਾ ਚੱਲ ਗਿਆ ਹੋਣਾ ਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਈਜ਼ੀ ਵੇ ਦੇ ਵਿੱਚ ਇਸ ਦੇ ਵਿੱਚ ਸਮਝਾਇਆ ਜਾ ਰਿਹਾ ਹੈ ਔਰ ਤੁਹਾਨੂੰ ਪੋਲਿਟੀ ਦਾ ਮਾਸਟਰ ਬਣਾ ਦੇਗੀ ਇਹ ਵਾਲੀ ਸੀਰੀਜ਼ ਜਦ ਤੱਕ ਐਂਡ ਹੋਏਗੀ। ਓਕੇ, ਔਰ ਤੁਹਾਨੂੰ ਪਤਾ ਹੈ ਤੁਸੀਂ UPSC ਦੀ ਤਿਆਰੀ ਕਰ ਰਹੇ ਹੋ, PCS ਦੀ ਤਿਆਰੀ ਕਰ ਰਹੇ ਹੋ, PPSC ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਪੰਜਾਬ ਦਾ ਕੋਈ ਵੀ ਐਗਜ਼ਾਮ ਹੈ ਤਾਂ ਪੋਲਿਟੀ ਉਸ ਦੇ ਵਿੱਚ ਹੁੰਦਾ ਹੀ ਹੈ ਪਾਰਟ, ਹੈ ਨਾ। ਔਰ ਇਸ ਦੇ ਵਿੱਚ ਪਲੈਂਟੀ ਆਫ ਕੁਐਸਚਨਸ ਪੁੱਛੇ ਜਾਂਦੇ ਆ, ਇਸ ਲਈ ਪਲੀਜ਼ ਇਹਨੂੰ ਲਾਈਟਲੀ ਨਾ ਲੈਣਾ। ਮੋਸਟ ਇੰਪੋਰਟੈਂਟ ਸੀਰੀਜ਼ ਹੈਗੀ ਇਹ ਵਾਲੀ, ਠੀਕ ਹੈ। ਔਰ ਇਸ ਦੇ ਵਿੱਚ ਮੈਂ ਕਨਸਟੀਟਿਊਸ਼ਨ ਦੀ ਐਦਾਂ ਦੀ ਕੋਈ ਵੀ ਗੱਲ ਨਹੀਂ ਹੈ ਜੋ ਕਿ ਤੁਹਾਡੇ ਪੇਪਰ ਦੇ ਵਿੱਚ ਇੰਪੋਰਟੈਂਟ ਹੋਏ ਔਰ ਮੈਂ ਛੱਡ ਰਹੀ ਹੋਵਾਂ। ਓਕੇ, ਤਾਂ ਤੁਹਾਨੂੰ ਬਿਲੀਵ ਕਰਕੇ ਇਸ ਸੈਸ਼ਨ ਨੂੰ ਦੇਖਣਾ ਪਏਗਾ, ਨੰਬਰ 1। ਓਕੇ, ਨੰਬਰ 2, ਅਗਰ ਤੁਸੀਂ ਸੈਸ਼ਨਸ ਦੇ ਵਿੱਚ ਫਸਟ ਟਾਈਮ ਆਏ ਹੋ ਤਾਂ ਐਰੂਡੀਸ਼ਨ ਸਟੱਡੀਜ਼ ਦੇ ਉੱਪਰ ਤੁਹਾਨੂੰ ਡੇਲੀ ਦੇ ਕਰੰਟ ਅਫੇਅਰਸ ਵੀ ਮਿਲਦੇ ਆ, ਬਾਕੀ ਜਨਰਲ ਸਟੱਡੀਜ਼ ਦੇ ਸੈਸ਼ਨ ਵੀ ਕਰਵਾਏ ਜਾਂਦੇ ਆ, ਤਾਂ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਸਾਰੇ ਨੂੰ ਚੈੱਕ ਆਊਟ ਕਰ ਸਕਦੇ ਹੋ। ਓਕੇ, ਤਾਂ ਫਿਰ ਅੱਜ ਦਾ ਸੈਸ਼ਨ ਕਰਦੇ ਹਾਂ ਸਟਾਰਟ, ਜਿਸ ਦੇ ਵਿੱਚ ਅਸੀਂ ਕਰਨ ਵਾਲੇ ਹਾਂ salient features of the Indian Constitution। ਦੇਖੋ ਇਹ ਜੋ ਅੱਜ ਦਾ ਲੈਕਚਰ ਹੈ ਨਾ ਤੁਹਾਡੇ ਲਈ ਇੰਨਾ ਜ਼ਿਆਦਾ ਇੰਪੋਰਟੈਂਟ ਰਹੂਗਾ, ਨੋ ਡਾਊਟ। ਇਸ ਦੇ ਵਿੱਚੋਂ ਪੇਪਰ ਵਿੱਚੋਂ ਤਾਂ ਕੁਐਸਚਨਸ ਆਉਂਦੇ ਹੀ ਹੈ, ਇਸ 'ਚ ਤਾਂ ਕੋਈ ਦੋ ਰਾਏ ਨਹੀਂ ਹੈ, ਬਟ ਜਦੋਂ ਤੁਸੀਂ ਆਉਣ ਵਾਲੇ ਜਿੰਨੇ ਵੀ ਪੋਲਿਟੀ ਦੇ ਲੈਕਚਰ ਪੜ੍ਹਨੇ ਆ ਤੁਹਾਨੂੰ ਨਾ ਉਹਨਾਂ ਦਾ ਇੱਕ ਓਵਰਵਿਊ ਮਿਲ ਜਾਏਗਾ, ਠੀਕ ਹੈ। ਤਾਂ ਇਸ ਦੇ ਨਾਲ ਆਉਣ ਵਾਲੇ ਸਾਰੇ ਹੀ ਲੈਕਚਰ ਤੁਹਾਨੂੰ ਸੁਨੇ ਲੱਗਣਗੇ, ਤੁਹਾਨੂੰ ਸਮਝਣ ਦੇ ਵਿੱਚ ਬਹੁਤ ਆਸਾਨੀ ਹੋਣ ਵਾਲੀ ਹੈ। ਇਸ ਲਈ ਅੱਜ ਦੇ ਲੈਕਚਰ ਨੂੰ ਅੱਛੀ ਤਰ੍ਹਾਂ ਸਮਝਣਾ, ਬੁੱਕਸ ਦੇ ਵਿੱਚ ਨੋਟਬੁੱਕਸ ਦੇ ਵਿੱਚ ਨੋਟ ਕਰਦੇ ਰਹਿਣਾ, ਠੀਕ ਹੈ। ਨੋਟਸ ਜ਼ਰੂਰ ਬਣਾਇਆ ਕਰੋ ਐਜ਼ ਆਈ ਆਲਵੇਜ਼ ਸੇ। ਓਕੇ, ਤਾਂ ਸਟਾਰਟ ਕਰਦੇ ਆ ਫਿਰ ਅੱਜ ਦੇ ਸਾਡੇ ਪਹਿਲੇ ਫੀਚਰ ਤੋਂ। ਤਾਂ ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੋਣਾ ਆ, ਸਾਡਾ ਕਨਸਟੀਟਿਊਸ਼ਨ ਹੈ ਲੈਂਥੀਐਸਟ ਰਿਟਨ ਕਨਸਟੀਟਿਊਸ਼ਨ ਆਫ ਦਾ ਵਰਲਡ। ਓਕੇ, ਕਨਸਟੀਟਿਊਸ਼ਨ 2 ਟਾਈਪਸ ਦੇ ਹੁੰਦੇ ਆ, ਰਿਟਨ ਕਨਸਟੀਟਿਊਸ਼ਨ ਐਂਡ ਅਨਰਿਟਨ ਕਨਸਟੀਟਿਊਸ਼ਨ, ਠੀਕ ਹੈ। ਜਿਸ ਤਰ੍ਹਾਂ ਕਿ ਇੰਡੀਆ ਦਾ ਕਨਸਟੀਟਿਊਸ਼ਨ ਹੈ, ਅਮਰੀਕਾ ਦਾ ਕਨਸਟੀਟਿਊਸ਼ਨ ਹੈ, ਇਹ ਦੋਨੋਂ ਹੀ ਰਿਟਨ ਕਨਸਟੀਟਿਊਸ਼ਨ ਦੇ ਵਿੱਚ ਸ਼ਾਮਿਲ ਹੁੰਦੇ ਨੇ। ਤੇ ਦੇਖੋ USA ਵਰਲਡ ਦੀ ਪਹਿਲੀ ਐਦਾਂ ਦੀ ਕੰਟਰੀ ਸੀ ਜਿਸ ਨੇ ਦੁਨੀਆ ਨੂੰ ਪਹਿਲਾ ਰਿਟਨ ਕਨਸਟੀਟਿਊਸ਼ਨ ਦਿੱਤਾ ਸੀ, ਠੀਕ ਹੈ। ਇਸ ਤੋਂ ਬਾਅਦ ਜੋ ਬ੍ਰਿਟੇਨ ਦਾ ਕਨਸਟੀਟਿਊਸ਼ਨ ਹੈ ਇਹ ਅਨਰਿਟਨ ਕਨਸਟੀਟਿਊਸ਼ਨ ਹੈ, ਬਟ ਪਲੀਜ਼ ਇੱਥੇ ਇਹ ਬਿਲਕੁਲ ਵੀ ਨਹੀਂ ਸਮਝ ਲੈਣਾ ਕਿ ਜੋ ਬ੍ਰਿਟੇਨ ਦਾ ਕਨਸਟੀਟਿਊਸ਼ਨ ਹੈ ਕਿਤੇ ਲਿਖਿਆ ਹੀ ਨਹੀਂ ਗਿਆ, ਹਵਾ ਦੇ ਵਿੱਚ ਹੀ ਹੈ, ਠੀਕ ਹੈ, ਐਦਾਂ ਨਹੀਂ ਹੈ। ਦੇਖੋ ਅਨਰਿਟਨ ਕਨਸਟੀਟਿਊਸ਼ਨ ਦਾ ਮਤਲਬ ਹੁੰਦਾ ਹੈ ਉਹ ਵਾਲਾ ਕਨਸਟੀਟਿਊਸ਼ਨ ਜਿਸ ਦੇ ਵਿੱਚ ਕੋਈ ਵੀ ਚੇਂਜ ਕਰਨਾ ਹੈ, ਕੋਈ ਵੀ ਅਮੈਂਡਮੈਂਟ ਕਰਨੀ ਹੈ ਤਾਂ ਬੜੇ ਹੀ ਆਸਾਨੀ ਦੇ ਨਾਲ ਹੋ ਸਕਦੀ ਹੈ। ਕਹਿਣ ਦਾ ਮਤਲਬ ਕਿ ਇਸ ਕਨਸਟੀਟਿਊਸ਼ਨ ਦੇ ਵਿੱਚ ਨਾ ਫਲੈਕਸੀਬਿਲਿਟੀ ਬਹੁਤ ਜ਼ਿਆਦਾ ਹੁੰਦੀ ਹੈ, ਸਮਝ ਗਏ। ਤਾਂ ਇਦਾਂ ਹੀ ਜੇ ਬ੍ਰਿਟੇਨ ਦੇ ਕਨਸਟੀਟਿਊਸ਼ਨ ਦੇ ਵਿੱਚ ਕੋਈ ਵੀ ਚੇਂਜ ਕਰਨਾ ਹੈ ਤਾਂ ਇੱਥੇ ਦੀ ਗਵਰਨਮੈਂਟ ਨੂੰ ਸਿੰਪਲ ਮੈਜੋਰਿਟੀ ਦੇ ਨਾਲ ਚੇਂਜ ਕਰ ਸਕਦੀ ਹੈ, ਜ਼ਿਆਦਾ ਤਾਮਝਾਮ ਨਹੀਂ ਕਰਨਾ ਪੈਣਾ। ਓਕੇ, ਪਰ ਅਗਰ ਅਸੀਂ ਇੰਡੀਆ 'ਚ ਦੇਖੀਏ, ਠੀਕ ਹੈ, ਤਾਂ USA ਦੀ ਤਰ੍ਹਾਂ ਅਸੀਂ ਅਪਣਾਇਆ ਹੈਗਾ ਆ ਰਿਟਨ ਕਨਸਟੀਟਿਊਸ਼ਨ ਨੂੰ, ਠੀਕ ਹੈ। ਤੇ ਸਾਡਾ ਜੋ ਕਨਸਟੀਟਿਊਸ਼ਨ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਰਿਟਨ ਕਨਸਟੀਟਿਊਸ਼ਨ ਹੈ, ਸਭ ਤੋਂ ਲੈਂਥੀਐਸਟ ਹੈ, ਲੰਬਾ ਹੈ, ਠੀਕ ਹੈ। ਪਰ ਇਹਦੇ ਜਿਹੜੇ ਰੀਜ਼ਨ ਹੈ ਉਹ ਕੀ ਹੈ, ਕਿਉਂ ਸਾਡੇ ਕਨਸਟੀਟਿਊਸ਼ਨ ਦੇ ਮੇਕਰਸ ਨੂੰ ਇੰਨਾ ਵੱਡਾ ਕਨਸਟੀਟਿਊਸ਼ਨ ਬਣਾਉਣ ਦੀ ਜ਼ਰੂਰਤ ਪਈ, ਤਾਂ ਕੁਝ ਰੀਜ਼ਨ ਅਸੀਂ ਡਿਸਕਸ ਕਰ ਲੈਂਦੇ ਹਾਂ। ਓਕੇ, ਸਭ ਤੋਂ ਇੰਪੋਰਟੈਂਟ ਰੀਜ਼ਨ ਹੈ 1935 ਦਾ ਗਵਰਨਮੈਂਟ ਆਫ ਇੰਡੀਆ ਐਕਟ, ਠੀਕ ਹੈ। ਇਸ ਦੇ ਬਾਰੇ ਮੈਂ ਤੁਹਾਨੂੰ ਪ੍ਰੀਵੀਅਸ ਲੈਕਚਰਸ ਦੇ ਵਿੱਚ ਵੀ ਦੱਸਿਆ ਹੋਇਆ ਹੈ ਕਿ ਇਹ ਸਾਡਾ ਇੰਟਰਿਮ ਕਨਸਟੀਟਿਊਸ਼ਨ ਸੀ। ਇਹ 1 ਲਾਈਨਰ ਕੁਐਸਚਨ ਹੈਗਾ ਆ, ਧਿਆਨ ਰੱਖਣਾ, ਠੀਕ ਹੈ। ਤਾਂ ਜਦੋਂ ਸਾਡਾ ਕਨਸਟੀਟਿਊਸ਼ਨ ਨਹੀਂ ਬਣਿਆ ਸੀ ਉਦੋਂ ਤੱਕ ਅਸੀਂ 1935 ਦੇ ਐਕਟ ਨੂੰ ਹੀ ਐਜ਼ ਕਨਸਟੀਟਿਊਸ਼ਨ ਜੋ ਹੈ ਅਪਣਾਇਆ ਹੋਇਆ ਸੀਗਾ, ਠੀਕ ਹੈ। ਤੇ ਅਸੀਂ ਪਹਿਲਾਂ ਹੀ ਪੜ੍ਹਿਆ ਕਿ ਜਦੋਂ ਬ੍ਰਿਟਿਸ਼ ਗਵਰਨਮੈਂਟ ਨੇ ਇਹ ਵਾਲਾ ਐਕਟ ਲਿਆਂਦਾ ਸੀ ਤਾਂ ਉਸ ਟਾਈਮ ਦਾ ਇਹ ਇਹਨਾਂ ਵੱਲੋਂ ਲਿਆਂਦਾ ਗਿਆ ਸਭ ਤੋਂ ਲੰਬਾ ਐਕਟ ਸੀ। ਹੁਣ ਤੁਸੀਂ ਖੁਦ ਸੋਚੋ, ਜਿਹੜਾ ਐਕਟ ਆਪ ਹੀ ਇਹਨਾਂ ਲੈਂਦੀ ਹੈ ਉਸ ਦੇ ਬੇਸ ਦੇ ਉੱਪਰ ਜਦੋਂ ਅਸੀਂ ਆਪਣਾ ਕਨਸਟੀਟਿਊਸ਼ਨ ਬਣਾਵਾਂਗੇ ਤਾਂ ਉਹ ਵੀ ਤਾਂ ਲੈਂਦੀ ਰਹੇਗਾ, ਬਿਲਕੁਲ ਰਹੇਗਾ, ਬਿਕਾਜ਼ ਸਾਡੇ ਕਨਸਟੀਟਿਊਸ਼ਨ ਦਾ ਮੇਨ ਸੋਰਸ ਹੀ ਇਹ ਵਾਲਾ ਐਕਟ ਹੈਗਾ ਆ। ਕਰੀਬਨ 50% ਤੋਂ ਵੀ ਜ਼ਿਆਦਾ ਸਾਡਾ ਕਨਸਟੀਟਿਊਸ਼ਨ ਇਸੇ 1935 ਦੇ ਐਕਟ ਦੇ ਵਿੱਚੋਂ ਹੀ ਲੈ ਲਿਆ ਗਿਆ ਸੀ, ਠੀਕ ਹੈ। ਇਹ ਵੀ ਰੀਜ਼ਨ ਹੋ ਗਿਆ।
दूसरा रीजन है साडा जियोग्राफिकल एरिया। अगर तुसी इंडिया नू देखोगे तो जियोग्राफिकली वाइज असी बहुत ज़्यादा वास्ट कंट्री हैगे हाँ, ठीक है। और इसे करके इन्ने वड्डे एरिया नू रिप्रेजेंट करन दे लई काफ़ी लंबा कॉन्स्टिट्यूशन बनाया गया। दैन इत्थे है वर्सटैलिटी, यानी कि इत्थे बहुत ही ज़्यादा लैंग्वेजेस नू फॉलो करन वाले, रिलीजन नू फॉलो करन वाले अलग अलग कास्ट दे लोग रहंदे है ना, यानी कि इत्थे मिलती है तुहानू यूनिटी इन डाइवर्सिटी। ओके, दैट इज़ वाई इन्ने ज़्यादा लोगों नू, इन्ने रिलीजन्स नू, इन्ने लैंग्वेजेस दे नाल असी जस्टिस करना सी। दैट इज़ वाई असी कॉन्स्टिट्यूशन दे विच सब कुछ शामिल किया। ओके, ऑल राइट। इस तो बाद गल करते हैं साडा जो कॉन्स्टिट्यूशन है ये सेंटर एंड स्टेट दे लिए बिल्कुल कॉमन है। कहने का मतलब कि इको ही कॉन्स्टिट्यूशन दे अंदर असी यूनियन गवर्नमेंट एंड सारिया ही स्टेट गवर्नमेंट्स के सारे रूल्स एंड रेगूलेशंस नूं लिखिया। तो जदों इन्ने वड्डे देश दियां सारिया स्टेट, सारे सेंटर दे लिए इको ही कॉन्स्टिट्यूशन बनाया जाएगा तो ऑब्वियसली उनका लैंदी होना लाजमी ही है, ठीक है। ओके, इस तो बाद है कि साडे कॉन्स्टिट्यूएंट असैंबली दे विच लीगल एक्सपर्ट बड़े हुंदे सीगे। देखो तुसी अगर लॉयर्स नूं कदी देखिया होएगा, जदों जजिस दे सामने उन्हां दी प्रोसीडिंग चल रही हुंदी है तां ओह बड़ियां लंबियां लंबियां दलीलां दिंदे है ना, ताकि ओह सारे लूप होल्स नूं कवर कर लैन। ओके, तो इसका मतलब जिहड़े लॉयर्स हुंदे आ ना उन्हां नूं हर चीज़ नूं डिटेल दे विच दस्सण दी आदत हुंदी है, ठीक है। तो जदों साडी कॉन्स्टिट्यूएंट असैंबली बनाई गई सी ना, उस दे विच काफ़ी ज़्यादा लॉयर्स शामिल सी, ठीक है, लीगल एक्सपर्ट्स शामिल सी। ओके, जिस तरह साडे संविधान के निर्माता किन्हां नूं मनदे हैं जी, डॉक्टर BR अंबेडकर नूं, ठीक है। तो इनफैक्ट वो भी तो एक लॉयर सीगे, है ना। तो इसलिए फिर इन्हां ने सारिਆਂ ने लीगल टर्म्स बहुत यूज़ कीतियां ते उन्हां नूं फिर एक्सप्लेन भी किया। दैट इज़ वाई ये वाला कॉन्स्टिट्यूशन बहुत ज़्यादा लेंदी हो गया। समझ गए? ऑल राइट। इस तो बाद अगला देखो, बोरोड फ्रॉम वेरियस कॉन्स्टिट्यूशन। इस स्लाइड दे विच ना तुहानूं थोड़ा जा रट्टा मारना पैना, समटाइम्स रटना भी जरूरी हुंदा है, राइट। तो ये ਜਿਹੜੀਆਂ भी चीज़ां असी अलग अलग कॉन्स्टिट्यूशनस तो लईआं बहुत इंपॉर्टेंट रहनगियां, इहदे विचों किन्नी ही बार क्वेश्चंस पूछे गए हैं, ठीक है। देखो कई लोग ना बड़ा इनका क्रिटिसिज्म करते हैं कि जी असी तो चोरी किया है साडे कॉन्स्टिट्यूशन नूं, ठीक है, असी तो अपने आप नहीं बनाया, अलग अलग देशों के कॉन्स्टिट्यूशन चुके और उन्होंने असी कट कॉपी पेस्ट करता, चोरी करता। तुसी देखो मान लो ये तुहाडा घर है, तुहाडा जिहड़ा पड़ोस है उत्थे दे लोग बड़े ही नाइस ने, बहुत ही सॉफ्ट स्पोकन है, आपस में प्यार नाल रहिंदे है, फैमिली बहुत अच्छी है। अगर तुसी उन्हां दे गुण देख के और अपने घर दे विच इंप्लीमेंट करोगे तो की तुसी इसनूं चोरी बोलोगे? आई डोंट थिंक सो, है ना। ये चोरी नहीं हैगी। इसे करके जदों साडी कॉन्स्टिट्यूएंट असैंबली दियां तुहानूं पता मीटिंग्स हुंदियां सी, ठीक है, उसे ही मीटिंग दे विच ना एक मीटिंग हुई सी जदों डिबेट हुई सी ऐसे चीज़ के उपर, तो उस टाइम डॉक्टर अंबेडकर ने एक वर्ड यूज़ किया सी, दैट वाज रैंसैकिंग वेरियस कॉन्स्टिट्यूशनस, ठीक है, यानी कि अलग अलग संविधान तो असी चोरी नहीं की, असी रैंसैक किया। ओके, तो असी उन्हां दियां अच्छियां चीज़ां नूं अडॉप्ट किया हैगा आ, ते अपना कॉन्स्टिट्यूशन बनाने वेले उन्हां देशां ने ਜਿਹੜੀਆਂ भी गलतियां कीतियां, सानू उन्हां दे एक्सपीरियंस का फायदा होया, असी उन्हां गलतियां नूं इग्नोर किया अपना कॉन्स्टिट्यूशन बनाने वेले, ठीक है। तो इसलिए अच्छियां चीज़ां नूं असी अडॉप्ट किया, नो डाउट। ओके, तो हुण इत्थे तुहाडे लई इंपॉर्टेंट है कि किहड़ियां चीज़ां असी किहड़े देश तो लईआं। तो मैं हल्का हल्का ओवरव्यू अज ही दे दूंगी, बट इन्हां सारियां ही चीज़ां, सारियां ही टर्म्स के बारे विच असी डिटेल विच अगे वाले लैक्चर्स विच कवर करांगे, ठीक है। तो यूके के कॉन्स्टिट्यूशन तो असी पार्लियामेंट्री फॉर्म ऑफ गवर्नमेंट लई है मोस्ट इंपॉर्टेंट, ठीक है। तो जिथे भी पार्लियामेंट वर्ड आ जाएगा तुसी उसका आंसर डायरैक्ट यूके लगा सकते हो। ओके, आफ्टर दैट रूल ऑफ लॉ का जो कॉन्सैप्ट है ये भी असी यूके तो ही अडॉप्ट किया। ओके, एंड इस तो बाद रिट्स। देखो जदों भी तुसी जदों कोर्ट दे विच जांदे हो, सुप्रीम कोर्ट दे विच, ठीक है, कि साडे फंडामेंटल राइट्स नूं बचाओ, तो उस टाइम ते जो रिट जो है ना ये दित्तियां जांदियां सुप्रीम कोर्ट वालों भी और हाई कोर्ट वालों भी, ठीक है। तो ये रिट्स का कॉन्सैप्ट भी असी यूके तो ही ले आया, इसनूं असी डिटेल च बाद विच करना है। दैन सिंगल सिटीजनशिप का कॉन्सैप्ट, कहने का मतलब
ਅਸੀਂ वन टाइम ਦੇ ਉੱਪਰ ਇੰਡੀਆ ਦੇ ਸਿਟੀਜ਼ਨਸ ਹਾਂ, ਠੀਕ ਹੈ, ਸਿੰਗਲ ਸਿਟੀਜ਼ਨਸ਼ਿਪ ਲਈ ਹੋਈ ਹੈ, ਯਾਨੀ ਅਸੀਂ ਇੰਡੀਆ ਦੇ ਸਿਟੀਜ਼ਨ ਹਾਂ। ਐਦਾਂ ਨਹੀਂ ਹੈਗਾ ਕਿ ਅਸੀਂ ਪੰਜਾਬ ਦੇ ਸਿਟੀਜ਼ਨ ਅਲੱਗ ਤੋਂ ਆ ਤੇ ਇੰਡੀਆ ਦੇ ਸਿਟੀਜ਼ਨ ਅਲੱਗ ਤੋਂ ਆ, ਠੀਕ ਹੈ, ਇਸ ਤਰ੍ਹਾਂ ਨਹੀਂ ਹੈ। ਜਦੋਂ ਕਿ USA ਦੇ ਵਿੱਚ ਦੇਖੋਗੇ ਤਾਂ ਉੱਥੇ ਦੀਆਂ ਸਟੇਟ ਦੀ ਸਿਟੀਜ਼ਨਸ਼ਿਪ ਅਲੱਗ ਹੁੰਦੀ ਹੈ, ਠੀਕ ਹੈ, ਔਰ ਸੈਂਟਰ ਦੀ ਅਲੱਗ ਹੁੰਦੀ ਹੈ। ਆਫਟਰ ਦੈਟ ਸੈਂਟਰ ਐਂਡ ਸਟੇਟ ਦੇ ਵਿੱਚ ਜਿਹੜੀਆਂ ਪਾਵਰਸ ਦੀ ਡਿਸਟ੍ਰੀਬਿਊਸ਼ਨ ਹੈ ਇਹ ਵੀ ਕੀਤੀ ਜਾਂਦੀ ਹੈ, ਤਾਂ ਇਹ UK ਦੇ ਵੱਲੋਂ ਹੀ ਲਿਆ ਗਿਆ। ਤੁਹਾਨੂੰ ਪਤਾ ਹੈ ਸਾਡੀ ਨਾ 3 ਤਰ੍ਹਾਂ ਦੀ ਲਿਸਟ ਹੁੰਦੀ ਹੈ। ਸੈਂਟਰ ਲਿਸਟ ਦੇ ਵਿੱਚ ਉਹ ਵਾਲੇ ਸਾਰੇ ਕੰਮ ਸ਼ਾਮਿਲ ਹੁੰਦੇ ਆ ਜੋ ਕਿ ਸਾਡੀ ਸੈਂਟਰ ਗਵਰਨਮੈਂਟ ਕਰੇਗੀ। ਸਟੇਟ ਲਿਸਟ ਦੇ ਵਿੱਚ ਸਾਰੇ ਕੰਮ ਹੋਣਗੇ ਜਿਹੜੀਆਂ ਸਟੇਟ ਗਵਰਨਮੈਂਟਸ ਕਰਦੀਆਂ, ਠੀਕ ਹੈ, ਤੇ ਜਿਹੜੇ ਕੰਮ ਦੋਨੋਂ ਇਕੱਠੇ ਕਰਨਗੇ ਉਹਨਾਂ ਦੇ ਲਈ ਕੌਨਕਰੈਂਟ ਲਿਸਟ ਹੁੰਦੀ ਹੈ, ਠੀਕ ਹੈ। ਤਾਂ ਸੈਂਟਰ ਔਰ ਸਟੇਟ ਦੇ ਵਿੱਚ ਜਿਹੜੀਆਂ ਪਾਵਰਸ ਹੈ ਉਹਨਾਂ ਨੂੰ ਡਿਸਟ੍ਰੀਬਿਊਟ ਕਰਨਾ ਇਹ ਅਸੀਂ UK ਤੋਂ ਹੀ ਸਿੱਖਿਆ, ਠੀਕ ਹੈ। ਆਲ ਰਾਈਟ, ਇਸ ਤੋਂ ਬਾਅਦ ਗੱਲ ਕਰਦੇ ਹਾਂ USA ਦੀ। USA ਤੋਂ ਅਸੀਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਨਸੈਪਟ ਲਿਆ, ਦੈਟ ਇਜ਼ ਫੰਡਾਮੈਂਟਲ ਰਾਈਟਸ। ਆਫਟਰ ਦੈਟ ਸਾਡੇ ਕਨਸਟੀਟਿਊਸ਼ਨ ਦਾ ਜਿਹੜਾ ਸਭ ਤੋਂ ਪਹਿਲਾ ਪੇਜ ਹੈ ਪ੍ਰਸਤਾਵਨਾ ਯਾਨੀ ਪ੍ਰੀਮਬਲ, ਇਹ ਵੀ ਅਸੀਂ USA ਤੋਂ ਲਿਆ। ਦੈਨ ਇਲੈਕਟੋਰਲ ਕਾਲਜ, ਕਹਿਣ ਦਾ ਮਤਲਬ ਸਾਡੇ ਦੇਸ਼ ਦੇ ਪ੍ਰੈਸੀਡੈਂਟ ਨੂੰ, ਵਾਈਸ ਪ੍ਰੈਸੀਡੈਂਟ ਨੂੰ, ਰਾਜ ਸਭਾ ਦੇ ਮੈਂਬਰਸ ਨੂੰ ਇੱਕ ਨਾ ਪ੍ਰੈਸੀਡੈਂਸ਼ੀਅਲ ਇਲੈਕਟੋਰਲ ਕਾਲਜ ਵੱਲੋਂ ਚੁਣਿਆ ਜਾਂਦਾ ਹੈ, ਠੀਕ ਹੈ, ਸੌਰੀ ਪ੍ਰੈਸੀਡੈਂਸ਼ੀਅਲ ਨਹੀਂ ਹੈ, ਇਲੈਕਟੋਰਲ ਕਾਲਜ ਵੱਲੋਂ ਚੁਣਿਆ ਜਾਂਦਾ ਹੈ, ਤੇ ਇਸ ਦਾ ਕਨਸੈਪਟ ਵੀ ਅਸੀਂ USA ਤੋਂ ਲਿਆ। ਦੈਨ ਸਾਡੇ ਗਵਰਨਮੈਂਟ ਦੇ 3 ਆਰਗਨਸ ਹੁੰਦੇ ਆ, ਕਿਹੜੇ ਕਿਹੜੇ ਹੈ? ਲੈਜਿਸਲੇਟਿਵ ਹੈ, ਠੀਕ ਹੈ, ਐਗਜ਼ੀਕਿਊਟਿਵ ਹੈ, ਜੁਡੀਸ਼ੀਅਲ ਹੈ। ਇਹਨਾਂ ਤਿੰਨਾਂ ਦੇ ਵਿੱਚ ਪਾਵਰਸ ਕਿੱਦਾਂ ਸੈਪਰੇਟ ਹੋਣਗੀਆਂ ਇਹ ਵੀ ਅਸੀਂ USA ਤੋਂ ਹੀ ਸਿੱਖਿਆ। ਦੈਨ ਜੁਡੀਸ਼ੀਅਲ ਰਿਵਿਊ ਵੀ ਅਸੀਂ USA ਤੋਂ ਲਿਆ। ਕਹਿਣ ਦਾ ਮਤਲਬ ਸਾਡੇ ਇੱਥੇ ਦੀ ਜਿਹੜੀ ਜੁਡੀਸ਼ਰੀ ਹੈ ਬਹੁਤ ਜ਼ਿਆਦਾ ਸੁਪਰੀਮ ਹੈਗੀ ਹੈ, ਠੀਕ ਹੈ। ਔਰ ਦੇਖੋ ਸਾਡੇ ਇੱਥੇ ਕੀ ਹੁੰਦਾ ਹੈ, ਅਗਰ ਲੋਕ ਸਭਾ ਜਾਂ ਰਾਜ ਸਭਾ ਯਾਨੀ ਪਾਰਲੀਮੈਂਟ ਕੋਈ ਵੀ ਕਾਨੂੰਨ ਬਣਾਉਂਦੀ ਹੈ ਤੇ ਉਹ ਕਾਨੂੰਨ ਅਗਰ ਸੁਪਰੀਮ ਕੋਰਟ ਨੂੰ ਲੱਗਦਾ ਹੈ ਕਿ ਇਹ ਲੋਕਾਂ ਦੇ ਹਿੱਤ ਵਿੱਚ ਨਹੀਂ ਹੈਗਾ, ਕਨਸਟੀਟਿਊਸ਼ਨ ਦੇ ਫੇਵਰ ਵਿੱਚ ਨਹੀਂ ਹੈਗਾ, ਤਾਂ ਫਿਰ ਉਸ ਨੂੰ ਇਹ ਨਲ ਐਂਡ ਵੋਇਡ ਕਰ ਸਕਦੀ ਹੈ। ਇਹ ਹੁੰਦੀ ਹੈ ਜੁਡੀਸ਼ੀਅਲ ਰਿਵਿਊ ਦੀ ਪਾਵਰ, ਓਕੇ। ਆਫਟਰ ਦੈਟ ਇੰਪੀਚਮੈਂਟ ਦੀ ਪਾਵਰ ਵੀ ਅਸੀਂ USA ਤੋਂ ਹੀ ਲਈ ਹੈ, ਯਾਨੀ ਕਿ ਪ੍ਰੈਸੀਡੈਂਟ ਨੂੰ ਹਟਾਉਣਾ ਜਾਂ ਫਿਰ ਸਾਡੇ ਜੱਜਿਸ ਨੂੰ ਹਟਾਉਣਾ, ਇਹ ਦੋਨਾਂ ਦੇ ਲਈ ਜੋ ਪ੍ਰੋਸੀਜਰ ਫੋਲੋ ਕੀਤਾ ਜਾਂਦਾ ਹੈ ਉਸ ਨੂੰ ਅਸੀਂ ਇੰਪੀਚਮੈਂਟ ਬੋਲਦੇ ਹਾਂ, ਔਰ ਉਹ ਅਸੀਂ USA ਤੋਂ ਲਿਆ, ਠੀਕ ਹੈ। ਆਫਟਰ ਦੈਟ ਸਾਡੇ ਦੇਸ਼ ਦੀਆਂ ਆਰਮਡ ਫੋਰਸਿਸ 3 ਹੈ ਨਾ, ਕਿਹੜੀਆਂ ਜੀ? ਇੱਕ ਹੈ ਸਾਡੀ ਇੰਡੀਅਨ ਆਰਮੀ, ਫਿਰ ਹੈ ਨੇਵੀ ਔਰ ਫਿਰ ਹੈ 에ਅਰ ਫੋਰਸ। ਇਹਨਾਂ ਤਿੰਨਾਂ ਦੇ ਹੀ ਜਿਹੜੇ ਕਮਾਂਡਰ ਹੁੰਦੇ ਆ, ਸੁਪਰੀਮ ਕਮਾਂਡਰ, ਇਹ ਸਾਡੇ ਦੇਸ਼ ਦੇ ਪ੍ਰੈਸੀਡੈਂਟ ਹੀ ਹੁੰਦੇ ਆ, ਠੀਕ ਹੈ। ਔਰ ਇਹ ਕਨਸੈਪਟ ਵੀ ਅਸੀਂ USA ਤੋਂ ਹੀ ਬੋਰੋ ਕੀਤਾ। ਦੈਨ ਆਇਰਲੈਂਡ ਤੋਂ ਲਿਆ ਅਸੀਂ DPSP ਯਾਨੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਦੈਨ USSR ਤੋਂ ਅਸੀਂ ਫੰਡਾਮੈਂਟਲ ਡਿਊਟੀਜ਼ ਲਈਆਂ, ਠੀਕ ਹੈ। ਫੰਡਾਮੈਂਟਲ ਰਾਈਟਸ ਅਸੀਂ USA ਤੋਂ ਲਿਆ, ਫੰਡਾਮੈਂਟਲ ਡਿਊਟੀਜ਼ ਅਸੀਂ USSR ਤੋਂ ਲਈਆਂ। ਦੈਨ ਆਸਟ੍ਰੇਲੀਆ ਤੋਂ ਜ਼ਿਆਦਾਤਰ ਤੁਹਾਡੇ ਕੋਲੋਂ ਕੌਨਕਰੈਂਟ ਲਿਸਟ ਪੁੱਛੀ ਜਾਂਦੀ ਹੈ, ਠੀਕ ਹੈ। ਕੌਨਕਰੈਂਟ ਲਿਸਟ ਮੈਂ ਤੁਹਾਨੂੰ ਹੁਣੇ ਦੱਸਿਆ, ਜਿਸ ਦੇ ਵਿੱਚ ਦੋਨੋਂ ਹੀ ਚੀਜ਼ਾਂ ਯਾਨੀ ਸੈਂਟਰ ਗਵਰਨਮੈਂਟ ਐਂਡ ਸਟੇਟ ਗਵਰਨਮੈਂਟ ਦੋਨਾਂ ਨੇ ਜਿਹੜੇ ਇਕੱਠੇ ਕੰਮ ਕਰਨੇ ਹੁੰਦੇ ਆ ਉਹ ਹੁੰਦੇ ਆ ਕੌਨਕਰੈਂਟ ਲਿਸਟ ਦੇ ਵਿੱਚ, ਠੀਕ ਹੈ। ਤਾਂ ਇਕੱਠੇ ਕਨਸੈਪਟ ਜ਼ਿਆਦਾ ਤੁਸੀਂ ਆਸਟ੍ਰੇਲੀਆ ਤੋਂ ਹੀ ਲਿਆ, ਜਿਸ ਤਰ੍ਹਾਂ ਕਿ ਸਾਡੇ ਦੇਸ਼ ਦੇ ਦੋਨੋਂ ਹਾਊਸਿਸ ਦੀ ਜੁਆਇੰਟ ਸਿਟਿੰਗ ਦਾ ਕਨਸੈਪਟ ਵੀ ਅਸੀਂ ਆਸਟ੍ਰੇਲੀਆ ਤੋਂ ਲਿਆ। ਜਿਸ ਤਰ੍ਹਾਂ ਲੋਕ ਸਭਾ ਔਰ ਰਾਜ ਸਭਾ ਅਗਰ ਕਿਸੇ ਕਾਨੂੰਨ ਦੇ ਉੱਪਰ ਇੱਕ ਮਤ ਨਹੀਂ ਹੋ ਰਹੇ, ਅਗਰ ਇਹ ਦੋਨੋਂ ਹੀ ਨਹੀਂ ਮੰਨ ਰਹੇ, ਠੀਕ ਹੈ, ਇੱਕ ਕਹਿ ਰਿਹਾ ਪਾਸ ਹੋਣਾ ਚਾਹੀਦਾ ਹੈ, ਦੂਸਰਾ ਕਹਿ ਰਿਹਾ ਨਹੀਂ ਹੋਣਾ ਚਾਹੀਦਾ, ਤਾਂ ਉਹਨਾਂ ਦੇ ਲਈ ਦੋਨੋਂ ਹਾਊਸਿਸ ਦੀ ਇੱਕ ਜੁਆਇੰਟ ਸਿਟਿੰਗ ਕਰਵਾਈ ਜਾਂਦੀ ਹੈ, ਔਰ ਇਹ ਕਨਸੈਪਟ ਅਸੀਂ ਆਸਟ੍ਰੇਲੀਆ ਤੋਂ ਬੋਰੋ ਕੀਤਾ। ਦੈਨ ਅਸੀਂ ਆਪਣੇ ਦੇਸ਼ ਦੀ ਟੈਰੀਟਰੀ ਦੇ ਅੰਦਰ ਫ੍ਰੀਲੀ ਟ੍ਰੇਡ ਕਰ ਸਕਦੇ ਹਾਂ, ਵਪਾਰ ਕਰ ਸਕਦੇ ਹਾਂ, ਇਹ ਵੀ ਅਸੀਂ ਆਸਟ੍ਰੇਲੀਆ ਤੋਂ ਹੀ ਲਿਆ। ਆਫਟਰ ਦੈਟ ਸਾਊਥ ਅਫਰੀਕਾ ਤੋਂ ਅਸੀਂ ਅਮੈਂਡਮੈਂਟ ਦਾ ਪ੍ਰੋਸੀਜਰ ਲਿਆ, ਯਾਨੀ ਕਿ ਅਗਰ ਅਸੀਂ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਟਾਈਮ ਦੇ ਨਾਲ ਆਉਣ ਵਾਲੇ ਚੇਂਜਸ ਤੋਂ ਬਾਅਦ ਕੁਝ ਪਰਮਾਨੈਂਟ ਚੇਂਜਸ ਕਰਨਾ ਚਾਹੁੰਦੇ ਹਾਂ ਤਾਂ ਉਸ ਦੇ ਲਈ ਅਮੈਂਡਮੈਂਟਸ ਕੀਤੀਆਂ ਜਾਂਦੀਆਂ, ਔਰ ਇਹ ਅਸੀਂ ਸਾਊਥ ਅਫਰੀਕਾ ਤੋਂ ਲਈਆਂ। ਦੈਨ ਰਾਜ ਸਭਾ ਦੇ ਮੈਂਬਰਸ ਨੂੰ ਇਲੈਕਟ ਕਰਨ ਦਾ ਪ੍ਰੋਸੀਜਰ ਵੀ ਸਾਊਥ ਅਫਰੀਕਾ ਤੋਂ ਹੀ ਅਡਾਪਟ ਕੀਤਾ। ਆਫਟਰ ਦੈਟ ਕੈਨੇਡਾ ਤੋਂ ਅਸੀਂ ਲਈ ਹੈ ਸੁਪਰੀਮ ਕੋਰਟ ਦੀ ਐਡਵਾਈਜ਼ਰੀ ਜੁਰਿਸਡਿਕਸ਼ਨ। ਇਸ ਦੇ ਵਿੱਚ ਇਹ ਪ੍ਰੈਸੀਡੈਂਟ ਨੂੰ ਐਡਵਾਈਸ ਕਰ ਸਕਦਾ ਹੈ ਕੰਮ ਦੇ ਲਈ, ਠੀਕ ਹੈ, ਅਗਰ ਪ੍ਰੈਸੀਡੈਂਟ ਕੋਈ ਵੀ ਐਡਵਾਈਸ ਮੰਗਦਾ ਹੈ, ਓਕੇ। ਆਫਟਰ ਦੈਟ ਸੈਂਟਰ ਦੀਆਂ ਰੈਜ਼ੀਡਿਊਰੀ ਪਾਵਰਸ ਵੀ ਕਿੰਦੇ ਕੋਲ ਲਈਆਂ ਗਈਆਂ? ਕੈਨੇਡਾ ਤੋਂ, ਠੀਕ ਹੈ। ਦੈਨ ਸਾਡੀ ਸੈਂਟਰ ਬਹੁਤ ਸਟਰੋਂਗ ਹੈ ਨਾ, ਯਾਨੀ ਅਸੀਂ ਫੈਡਰਲ ਸਿਸਟਮ ਲੈ ਕੇ ਚੱਲਦੇ ਹਾਂ। ਨੋ ਡਾਊਟ ਸਾਡੇ ਇੱਥੇ ਸਟੇਟਸ ਵੀ ਹੈ, ਬਟ ਸੈਂਟਰ ਜ਼ਿਆਦਾ ਸਟਰੋਂਗ ਹੈ, ਔਰ ਸੈਂਟਰ ਦਾ ਸਟਰੋਂਗ ਹੋਣਾ ਵੀ ਅਸੀਂ ਕੈਨੇਡਾ ਤੋਂ ਹੀ ਲਿਆ। ਆਫਟਰ ਦੈਟ ਸਟੇਟ ਦੇ ਗਵਰਨਰਸ ਦੀ ਅਪਾਇੰਟਮੈਂਟਸ ਦਾ ਪ੍ਰੋਸੈਸ ਵੀ ਅਸੀਂ ਕੈਨੇਡਾ ਤੋਂ ਹੀ ਫੋਲੋ ਕੀਤਾ। ਜਰਮਨੀ ਤੋਂ ਅਸੀਂ ਕੀ ਲਿਆ? ਜਰਮਨੀ ਤੋਂ ਅਸੀਂ ਲਿਆ ਕਿ ਜਦੋਂ ਵੀ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੋਏਗੀ, ਨੈਸ਼ਨਲ ਐਮਰਜੈਂਸੀ,
उस टाइम दे उपर फंडामेंटल राइट्स नू सस्पेंड कर दिता जाएगा। ओके, दैन फ्रांस तो असी 3 वर्ड लए है। यह तीनों वर्ड अक्सर पूछे जाते हैं कि केड़ी कंट्री तो ले, या फिर 4 वर्ड दे के पूछा जाता है केड़ा शामिल नहीं है। तो प्रीम्बल दे विच असी 3 वर्ड लए है, इन्हां नूं तुसी FEL यानी फैल तो याद रख सकते हो। दैट आर फ्रैटर्निटी, दैन इक्वैलिटी एंड लिबर्टी। ठीक है, ये तीनों तुसी याद रखोगे। हुण यह तो हो गए अलग अलग कॉन्स्टिट्यूशनस। इन्हां तो बिना मैं तुहानूं पहला ही दस दिता कि 1935 दे एक्ट भी बहुत अच्छा सोर्स है साडे कॉन्स्टिट्यूशन का। ठीक है, 50% तो ज़्यादा कॉन्स्टिट्यूशन 1935 दे एक्ट दे विचों ही लै लिया गया सीगा। ऑलराइट, ठीक है। अगे है जी रिजिड एज वेल एज फ्लैक्सीबल, यानी कि जो साडा कॉन्स्टिट्यूशन है ना तो ये रिजिड है ज़्यादा, ना ही फ्लैक्सीबल है। रिजिड कॉन्स्टिट्यूशन वो होंदे है जिन्हां दे विच कोई भी चेंज करना है, अमेंडमेंट करनी है, तो बहुत ही ज़्यादा रिजिड रूल्स एंड स्पैशल प्रोसीजर्स फॉलो किए जाते हैं। ठीक है, तो अमेंडमेंट होंदी है। जिस तरह US का कॉन्स्टिट्यूशन बहुत ही ज़्यादा रिजिड है, इस दे विच जल्दी जल्दी चेंजेस नहीं आ सकते, इसे करके उत्थे अमेंडमेंट्स भी बहुत घट हुई हैं। साडे देश विच तां 100+ अमेंडमेंट्स हो चुकी हैं, बट उत्थे 30 तक भी नहीं पहुंचियां। ठीक है, ऑल राइट। इस तो बाद फ्लैक्सीबल कॉन्स्टिट्यूशन वो होंदे हैं जिद्दां कि ब्रिटेन का कॉन्स्टिट्यूशन है। ठीक है, जिस बारे असीं हुणे कर लिया सीगा है ना कि इत्थे कोई भी चेंज लैके आना है बड़ा ईजली सिंपल मेजोरिटी दे नाल ही चेंज हो जाता है, यानी फ्लैक्सीबिलिटी ज़्यादा हैगी है। ठीक है, बट जदों साडा कॉन्स्टिट्यूशन बनाया गया तो साडे मेकर्स ने इन्हां दोनों दे मिक्सचर्स नू अडॉप्ट किया। ठीक है, ना तो साडा ज़्यादा रिजिड कॉन्स्टिट्यूशन लिया गया और ना ही ज़्यादा फ्लैक्सीबल लिया गया। ठीक है, जिद्दां कि साडे आर्टिकल 368 दे विच गल कीती गई है अमेंडमेंट दे प्रोसीजर्स दी। ठीक है, कुछ अमेंडमेंट तो हैगियां आ ਜਿਹੜੀਆਂ कि स्पैशल मेजोरिटी मंगदियां। ठीक है, यानी कि एक खास मेजोरिटी ना होए ਤਾਂ ਉਹ ਵਾਲੀਆਂ ਅਮੈਂਡਮੈਂਟ ਕੀਤੀਆਂ ਹੀ ਨਹੀਂ ਜਾ ਸਕਦੀਆਂ। ਉਸ ਦੇ ਨਾਲ ਸਟੇਟ ਲੈਵਲ ਦੇ ਉੱਪਰ ਵੀ ਤੁਹਾਨੂੰ ਰੈਟੀਫਾਈ ਕਰਵਾਉਣਾ ਪੈਂਦਾ ਆ, ਯਾਨੀ ਸਟੇਟਸ ਨੂੰ ਵੀ ਜੋ ਹੈ ਰਾਜ਼ੀ ਕਰਨਾ ਹੈ ਔਰ ਪਾਰਲੀਮੈਂਟ ਦੇ ਵਿੱਚ ਵੀ ਜ਼ਿਆਦਾ ਮੈਂਬਰਸ ਨੂੰ ਰਾਜ਼ੀ ਕਰਨਾ ਹੈ। ਬਹੁਤ ਜ਼ਿਆਦਾ ਰਿਜਿਡ ਕਨਸੈਪਟ ਹੈ। ਓਕੇ, ਇਸੇ ਤਰ੍ਹਾਂ ਤੁਸੀਂ ਇੰਪੀਚਮੈਂਟ ਦਾ ਪ੍ਰੋਸੈਸ ਦੇਖ ਲਓ, ਸਾਡੇ ਪ੍ਰੈਸੀਡੈਂਟ ਨੂੰ ਜਾਂ ਸੁਪਰੀਮ ਕੋਰਟ ਦੇ ਜੱਜ ਵਗੈਰਾ ਨੂੰ ਹਟਾਉਣ ਵਾਸਤੇ ਬਹੁਤ ਹੀ ਜ਼ਿਆਦਾ ਕੰਪਲੈਕਸ मतलब जो प्रोसीजर है ना वो फॉलो किया जाता है। ठीक है, इस तो बिना कुछ एक अमेंडमेंट कुछ एक चेंजेस बिल्कुल सिंपल मेजोरिटी दे नाल ही कर ले जाते हैं। ठीक है, तो दोनों ही चीज़ां तुहानूं इहदे विच देखण नूं मिल जाणगियां। इस तो बाद है यूनियन ऑफ स्टेट्स क्वैसी फैडरेशन। तुसीं कॉन्स्टिट्यूशन नूं देखोगे ਤਾਂ कि ਇਹਦੇ ਵਿੱਚ ਫੈਡਰੇਸ਼ਨ ਵਰਡ ਆਇਆ, ਤਾਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਫੈਡਰਲ ਵਰਡ ਕਿਤੇ ਵੀ ਨਹੀਂ ਹੈ। ਇਸ ਦੀ ਜਗ੍ਹਾ ਦੇ ਉੱਪਰ ਯੂਨੀਅਨ ਆਫ ਸਟੇਟ ਵਰਡ ਨੂੰ ਸ਼ਾਮਿਲ ਕੀਤਾ ਗਿਆ। ਠੀਕ ਹੈ, ਪਰ ਸਾਡਾ ਜੋ ਸਿਸਟਮ ਹੈ ਐਕਚੁਅਲ ਦੇ ਵਿੱਚ ਹੈਗਾ ਸਾਡਾ ਫੈਡਰਲ ਸਿਸਟਮ ਹੀ ਹੈ। ਠੀਕ ਹੈ, ਅਸੀਂ ਫੈਡਰਲ ਗਵਰਨਮੈਂਟ ਦੇ ਕਿਹੜੇ ਫੀਚਰਸ ਫੋਲੋ ਕਰਦੇ ਹਾਂ, जिस तरह कि साडी जिहड़ी गवर्नमेंट है ये ड्यूअल है ना, यानी कि साडी सेंटर गवर्नमेंट भी है और स्टेट के उपर अलग गवर्नमेंट्स ने। ठीक है, इस तो बाद साडे इत्थे बाय कैमरलिज्म है, कहने का मतलब साडे इत्थे लोक सभा भी है एंड राज्य सभा भी है। ठीक है, 2 सदन हो गए। दैन साडा जो कॉन्स्टिट्यूशन है ये सुप्रीम है, साडा कॉन्स्टिट्यूशन रिटन है और इहदे विच फ्लैक्सीबिलिटी तो है बट इस दे नाल असीं कीता रिजिडिटी भी है। तो रिजिडिटी कॉन्सैप्ट भी फैडरल गवर्नमेंट का ही एक कॉन्सैप्ट है। ओके, आफ्टर दैट जिहड़ी साडी जुडिशरी है, साडी जिहड़ी न्यायपालिका है ये हैगी है इंडिपेंडेंट। ओके, दैन सेंटर और स्टेट दे विचकार पावर्स नूं डिस्ट्रीब्यूट किया गया, इन्हां दोनों दे कोल ही अपनियां अपनियां पावर्स हैगियां। ठीक है, बट इस दे नाल तुसीं याद रखना है कि फैडरल दे नाल साडे इत्थे कुछ नॉन फैडरल फीचर्स भी हैगे ने, यानी कि यूनिटरी फीचर भी हैगे आ। ठीक है, क्वैसी फैडरल हो गया ना, राइट। तो इस दे विच यानी कुछ एक चीज़ां फैडरेशन दी हैं, कुछ एक चीज़ां जो है साडे यूनिटरी फीचर दे विच भी आ जांदियां। ठीक है, जिस तरह की साडियां स्टेट्स है नो डाउट, बट साडी सेंटर ज़्यादा स्ट्रोंग है। साडे इत्थे सानू मिली हुई है सिंगल सिटीजनशिप, यानी कि असी इंडिया दे जो है सिटीजन आ। ओके, US की तरह नहीं है। ओके, आफ्टर दैट साडे इत्थे दा कॉन्स्टिट्यूशन फ्लैक्सीबल भी है, ये भी असी हुणे कर लिया। दैन ਜਿਹੜੀਆਂ ਸਾਡੀਆਂ ਗਵਰਨਰ ਹੈਗੇ ਨੇ, ਯਾਨੀ ਸਾਡੇ ਸਟੇਟ ਦੇ ਜਿਹੜੇ ਹੈੱਡ ਹੁੰਦੇ ਆ ਗਵਰਨਰ, ਉਹਨਾਂ ਨੂੰ ਸੈਂਟਰ ਜਾ ਕੇ ਅਪਾਇੰਟ ਕਰਦਾ ਹੈ, ਚਾਹੇ ਉਹ ਸਟੇਟ ਦੇ ਹੈੱਡ ਕਿਉਂ ਨਾ ਹੋਣ। ਠੀਕ ਹੈ, ਦੈਨ ਸਾਡੇ ਇੱਥੇ ਐਮਰਜੈਂਸੀ ਦਾ ਪ੍ਰੋਵੀਜ਼ਨ ਵੀ ਹੈ। ਠੀਕ ਹੈ, ਔਰ ਆਲ ਇੰਡੀਆ ਸਰਵਿਸਿਜ਼ ਵੀ ਸਾਡੇ ਇੱਥੇ ਪ੍ਰੋਵਾਈਡ ਕੀਤੀਆਂ ਗਈਆਂ। ਓਕੇ, ਜੋ ਕਿ ਸਾਰੇ ਹੀ ਨੋਨ ਫੈਡਰਲ ਫੀਚਰਸ ਰਹਿਣਗੇ। ਓਕੇ,
आफ्टर दैट साडे इत्थे है जी पार्लियामेंट्री सिस्टम। ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਪਾਰਲੀਮੈਂਟਰੀ ਜਿੱਥੇ ਵੀ ਆ ਜਾਏਗਾ ਉਹ ਅਸੀਂ ਕਰ ਲਾਂਗੇ ਕਿ ਅਸੀਂ ਇਹਨੂੰ ਬ੍ਰਿਟੇਨ ਤੋਂ ਅਡਾਪਟ ਕੀਤਾ ਹੈ, ਠੀਕ ਹੈ। ਔਰ ਮੈਂ ਤੁਹਾਨੂੰ ਕਿਸੇ ਲੈਕਚਰ ਦੇ ਵਿੱਚ ਦੱਸਿਆ ਵੀ ਸੀਗਾ ਕਿ ਇਸੇ ਨੂੰ ਹੀ ਬੋਲਿਆ ਜਾਂਦਾ ਹੈ ਵੈਸਟਮਿੰਸਟਰ ਮਾਡਲ, ਠੀਕ ਹੈ। ਪੂਰੀ ਦੁਨੀਆ ਦੇ ਵਿੱਚ ਪਾਰਲੀਮੈਂਟਰੀ ਸਿਸਟਮ ਨੂੰ ਵੈਸਟਮਿੰਸਟਰ ਮਾਡਲ ਬੋਲਿਆ ਜਾਂਦਾ ਹੈ। ਕਿਉਂ ਬੋਲਿਆ ਜਾਂਦਾ ਹੈ ਇਸ ਦੇ ਲਈ ਪਿਛਲੇ ਲੈਕਚਰ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਓਕੇ, ਤਾਂ ਅਸੀਂ ਦੇਖਿਆ ਸੀਗਾ ਕਿ ਪਾਰਲੀਮੈਂਟਰੀ ਗਵਰਨਮੈਂਟ ਦੇ ਵਿੱਚ ਲੈਜਿਸਲੇਟਿਵ ਤੇ ਐਗਜ਼ੀਕਿਊਟਿਵ ਦੋ ਆਰਗਨਸ ਹੁੰਦੇ ਨੇ ਜੋ ਕਿ ਆਪਸ ਦੇ ਵਿੱਚ ਇੱਕ ਦੂਸਰੇ ਦੇ ਇੰਟਰਡਿਪੈਂਡੈਂਸ ਹੁੰਦੇ ਆ, ਠੀਕ ਹੈ। ਆਫਟਰ दैट ਸਾਡੇ ਦੇਸ਼ ਦੇ ਵਿੱਚ ਜਿਹੜੀ ਵੀ ਪਾਰਟੀ ਨੂੰ ਮੈਜੋਰਿਟੀ ਮਿਲਦੀ ਹੈ ਉਹੀ ਕੀ ਹੋ ਜਾਂਦੀ ਹੈ, ਰੂਲਿੰਗ ਪਾਰਟੀ ਹੋ ਜਾਂਦੀ ਹੈ, ਠੀਕ ਹੈ। ਤਾਂ ਇਹ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦੇ ਵਿੱਚ ਹੀ ਹੁੰਦਾ ਹੈ। ਅਗਰ ਅਸੀਂ ਸਟੇਟ ਲੈਵਲ ਦੇ ਉੱਪਰ ਦੇਖੀਏ ਤਾਂ ਸੀਐਮ ਐਂਡ ਸੈਂਟਰ ਲੈਵਲ ਤੇ ਦੇਖੀਏ ਤਾਂ ਪੀਐਮ, ਇਹਨਾਂ ਦੇ ਕੋਲੋਂ ਰੀਅਲ ਪਾਵਰਸ ਹੁੰਦੀਆਂ, ਰੀਅਲ ਲੀਡਰ ਹੁੰਦੇ ਆ। ਔਰ ਪ੍ਰੈਸੀਡੈਂਟ ਔਰ ਗਵਰਨਰ ਜਸਟ ਨਾਮ ਦੇ ਹੁੰਦੇ ਆ। ਕਹਿਣ ਦਾ ਮਤਲਬ ਪ੍ਰੈਸੀਡੈਂਟ ਡੀ ਜਿਊਰੇ ਹੁੰਦਾ ਆ ਔਰ ਪ੍ਰਾਈਮ ਮਿਨਿਸਟਰ ਡੀ ਫੈਕਟੋ ਹੁੰਦਾ ਹੈ, ਠੀਕ ਹੈ। ਯਾਨੀ ਕਿ ਅਸਲੀ ਪਾਵਰ ਸਾਡੇ ਇੱਥੇ ਪ੍ਰਾਈਮ ਮਿਨਿਸਟਰ ਕੋਲ ਹੀ ਹੁੰਦੀਆਂ ਤੇ ਪਾਰਲੀਮੈਂਟਰੀ ਫਾਰਮ ਆਫ ਦ ਗਵਰਨਮੈਂਟ ਦੇ ਵਿੱਚ ਨਾ ਪੀਐਮ ਹੀ ਮੇਨ ਲੀਡਰ ਹੁੰਦਾ, ਓਕੇ। ਉਸ ਤੋਂ ਬਾਅਦ ਅਸੀਂ ਕਰ ਸਕਦੇ ਹਾਂ ਸਾਡੇ ਇੱਥੇ ਦੀ ਲੋਕ ਸਭਾ ਨੂੰ ਹਰ 5 ਸਾਲ ਬਾਅਦ ਡਿਸੋਲਵ ਕੀਤਾ ਜਾਂਦਾ ਹੈ। ਅਗਰ ਪ੍ਰੈਸੀਡੈਂਟ ਚਾਹੇ ਤਾਂ ਪਹਿਲਾਂ ਵੀ ਕਰ ਸਕਦਾ ਹੈ ਬਟ ਸਟਿਲ ਇਹਨੂੰ 5 ਸਾਲ ਲਈ ਕੀਤਾ ਹੀ ਜਾਂਦਾ ਹੈ। ਬਟ ਅਗਰ ਰਾਜ ਸਭਾ ਦੇਖੋਗੇ ਤਾਂ ਇਹ ਹੈਗੀ ਇੱਥੇ ਦੀ ਪਰਮਾਨੈਂਟ ਸਦਨ, ਓਕੇ। ਤਾਂ ਇਸ ਤਰ੍ਹਾਂ ਲੋਕ ਸਭਾ ਨੂੰ ਡਿਸੋਲਵ ਕੀਤਾ ਜਾ ਸਕਦਾ ਹੈ। ਦੈਨ ਸਾਡੀ ਲੋਕ ਸਭਾ ਕਲੈਕਟਿਵਲੀ ਪ੍ਰੈਸੀਡੈਂਟ ਨੂੰ ਰਿਸਪੌਂਸਿਬਲ ਵੀ ਹੁੰਦੀ ਹੈ, ਠੀਕ ਹੈ। ਤਾਂ ਇਹ ਸਾਰਾ ਕੁਝ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦੇ ਵਿੱਚ ਹੁੰਦਾ ਹੈ, ਓਕੇ। ਬਟ ਤੁਸੀਂ ਥੋੜੀਆਂ ਜਿਹੀਆਂ ਚੇਂਜਸ ਦੇਖ ਸਕਦੇ ਹੋ। ਕਿਹੜੀਆਂ ਦੇਖੋ ਯੂਐਸ ਦੇ ਵਿੱਚ ਜਿਹੜਾ ਅਸਲੀ ਹੁੰਦਾ ਹੈ ਸ਼ਾਸਕ ਹੈ ਨਾ, ਸਟੇਟ ਦਾ ਐਕਚੁਅਲ ਹੈਡ ਹੁੰਦਾ ਇਨ ਕਨਸਟੀਟਿਊਸ਼ਨ, ਉਹ ਹੁੰਦਾ ਕਿੰਗ ਜਾਂ ਫਿਰ ਕੁਈਨ। ਬਟ ਸਾਡੇ ਇੱਥੇ ਹੁੰਦਾ ਪ੍ਰੈਸੀਡੈਂਟ, ਠੀਕ ਹੈ। ਔਰ ਸਾਡੇ ਇੱਥੇ ਜਿਹੜਾ ਪ੍ਰੈਸੀਡੈਂਟ ਹੈ ਉਸ ਨੂੰ ਇਲੈਕਟ ਕੀਤਾ ਜਾਂਦਾ ਹੈ, ਜਦੋਂ ਕਿ ਉੱਥੇ ਦੇ ਕਿੰਗਸ ਐਂਡ ਕੁਈਨਸ ਨੂੰ ਇਲੈਕਟ ਨਹੀਂ ਕੀਤਾ ਜਾਂਦਾ। ਇਹ ਹੈਰੀਡਿਟਰੀ ਸੀਟ ਹੁੰਦੀ ਹੈ, ਠੀਕ ਹੈ। ਯਾਨੀ ਕਿ ਆਪਣੇ ਹੀ ਪਰਿਵਾਰ ਦੇ ਵਿੱਚ ਜਿਹੜੇ ਮੈਂਬਰ ਹੈਗੇ ਨੇ ਅੱਗੇ ਜਾ ਕੇ ਬਣਦੇ ਜਾਂਦੇ ਆ ਕਿੰਗ ਜਾਂ ਫਿਰ ਕੁਈਨ, ਓਕੇ। ਤੇ ਬ੍ਰਿਟੇਨ ਨਾਲੋਂ ਸਾਡਾ ਫਿਰ ਕਨਸਟੀਟਿਊਸ਼ਨ ਕਿਸ ਤਰ੍ਹਾਂ ਅਲੱਗ ਹੈਗਾ, ਤਾਂ ਬ੍ਰਿਟੇਨ ਦੇ ਵਿੱਚ ਹੈਗੀ ਹੈ ਜੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਇਹ ਸਾਨੂੰ ਪਤਾ ਹੈ। ਪਰ ਇੱਥੇ ਦੀ ਜਿਹੜੀ ਪਾਰਲੀਮੈਂਟ ਹੈ ਉਹ ਹੈਗੀ ਹੈ ਸੋਵਰਨ ਬੋਡੀ, ਠੀਕ ਹੈ। ਬਟ ਸਾਡੇ ਇੱਥੇ ਕੀ ਹੈ, ਸਾਡੇ ਇੱਥੇ ਜੁਡੀਸ਼ੀਅਲ ਰਿਵਿਊ ਮਿਲਦਾ ਹੈ ਜੀ ਸੁਪਰੀਮ ਕੋਰਟ ਨੂੰ, ਯਾਨੀ ਕਿ ਪਾਰਲੀਮੈਂਟਰੀ ਸੋਵਰਨ ਨਹੀਂ ਹੈ, ਠੀਕ ਹੈ। ਸੁਪਰੀਮ ਕੋਰਟ ਉਸ ਦੇ ਉੱਪਰ ਕੁਐਸਚਨਿੰਗ ਕਰ ਸਕਦੀ ਹੈ, ਸਮਝ ਗਏ। ਆਲਰਾਈਟ, ਇਸ ਤੋਂ ਬਾਅਦ ਆ ਜਾਂਦਾ ਹੈ ਸਾਡੇ ਸੰਵਿਧਾਨ ਦਾ ਉਹ ਵਾਲਾ ਪਾਰਟ ਜਿਸ ਤੋਂ ਬਿਨਾਂ ਸਾਡਾ ਸੰਵਿਧਾਨ ਸ਼ਾਇਦ ਅਧੂਰਾ ਹੈ, ਦੈਟ ਇਜ਼ ਫੰਡਾਮੈਂਟਲ ਰਾਈਟਸ, ਓਕੇ। ਇਹ ਅਸੀਂ ਲਏ ਹੈ ਯੂਐਸਏ ਤੋਂ ਔਰ ਇਹਨਾਂ ਨੂੰ ਪਾਰਟ 3 ਦੇ ਵਿੱਚ ਲਿਆਂਦਾ ਗਿਆ ਹੈ ਜੋ ਕਿ ਆਰਟੀਕਲ 12 ਤੋਂ ਲੈ ਕੇ 35 ਤੱਕ ਡਿਸਕਸ ਕਰਦੇ ਆ। ਔਰ ਇਸ ਦੇ ਵਿੱਚ ਇਹ ਕੀ ਹੈ ਜੀ, ਜਸਟਿਸੇਬਲ ਹੈ, ਓਕੇ। ਕਹਿਣ ਦਾ ਮਤਲਬ ਅਗਰ ਕੋਈ ਪਰਸਨ ਸਾਡੇ ਫੰਡਾਮੈਂਟਲ ਰਾਈਟਸ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਅਸੀਂ ਡਾਇਰੈਕਟ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਕੇ ਅਪੀਲ ਕਰ ਸਕਦੇ ਹਾਂ ਔਰ ਹਾਈ ਕੋਰਟ ਵਿੱਚ ਵੀ ਜਾ ਸਕਦੇ ਹਾਂ, ਠੀਕ ਹੈ। ਆਰਟੀਕਲ 32 ਦੇ ਅੰਡਰ ਅਸੀਂ ਸੁਪਰੀਮ ਕੋਰਟ ਵਿੱਚ ਜਾ ਸਕਦੇ ਹਾਂ ਜਿਸ ਦੇ ਵਿੱਚ ਸੁਪਰੀਮ ਕੋਰਟ ਰਿਟਸ ਇਸ਼ੂ ਕਰਦਾ ਹੈ, ਠੀਕ ਹੈ। ਇਹਨਾਂ ਦੇ ਬਾਰੇ ਦੇ ਵਿੱਚ ਵੀ ਅਸੀਂ ਡਿਟੇਲ ਦੇ ਵਿੱਚ ਕਵਰ ਕਰਾਂਗੇ ਆਉਣ ਵਾਲੇ ਲੈਕਚਰਸ ਦੇ ਵਿੱਚ। ਇੱਥੇ ਫਿਲਹਾਲ ਤੁਸੀਂ ਆਰਟੀਕਲ 32 ਯਾਦ ਰੱਖੋਗੇ ਜਿਸ ਦੇ ਵਿੱਚ ਸੁਪਰੀਮ ਕੋਰਟ ਜੋ ਹੈ ਇਹ ਸਾਨੂੰ ਫੰਡਾਮੈਂਟਲ ਰਾਈਟਸ ਦੀ ਰੱਖਿਆ ਕਰਦਾ ਹੈ। ਔਰ 226 ਦੇ ਅੰਡਰ ਹਾਈ ਕੋਰਟਸ ਦੇ ਵਿੱਚ ਵੀ ਫੰਡਾਮੈਂਟਲ ਰਾਈਟਸ ਦੀ ਰੱਖਿਆ ਕੀਤੀ ਜਾਂਦੀ ਹੈ, ਓਕੇ। ਤਾਂ ਸਾਨੂੰ ਇੱਥੇ 6 ਤਰ੍ਹਾਂ ਦੇ ਫੰਡਾਮੈਂਟਲ ਰਾਈਟਸ ਮਿਲੇ ਹੋਏ ਆ। ਪਹਿਲਾ ਹੈ ਇਕੁਐਲਿਟੀ ਦਾ ਰਾਈਟ ਯਾਨੀ ਸਮਾਨਤਾ ਦਾ ਅਧਿਕਾਰ ਜੋ ਕਿ 14 ਤੋਂ 18 ਆਰਟੀਕਲ 'ਚ ਮਿਲਦਾ ਹੈ। ਉਸ ਤੋਂ ਬਾਅਦ ਹੈ ਰਾਈਟ ਟੂ ਫਰੀडम, ਠੀਕ ਹੈ। ਤਾਂ ਇਹ ਸਾਨੂੰ 19 to 22 ਆਰਟੀਕਲਸ ਦੇ ਵਿੱਚ ਮਿਲੇਗਾ। ਦੈਨ ਐਕਸਪਲੋਇਟੇਸ਼ਨ ਦੇ ਅੰਡਰ ਯਾਨੀ ਕਿ ਉਸ ਦੇ ਅਗੇਂਸਟ, ਇੱਥੇ ਅਗੇਂਸਟ ਵਰਡ ਯਾਦ ਰੱਖਣਾ, ਠੀਕ ਹੈ। ਇਸ ਦਾ ਰਾਈਟ ਸਾਨੂੰ 23 ਐਂਡ 24 ਆਰਟੀਕਲ 'ਚ ਮਿਲਦਾ ਹੈ ਕਿ ਕੋਈ ਵੀ ਤੁਹਾਡੇ ਕੋਲੋਂ ਜ਼ਬਰਦਸਤੀ ਕੰਮ ਨਹੀਂ ਕਰਵਾ ਸਕਦਾ, ਜ਼ਬਰਦਸਤੀ ਤੁਹਾਨੂੰ ਬੰਦੂਆ ਮਜ਼ਦੂਰੀ ਨਹੀਂ ਕਰਵਾ ਸਕਦਾ, ਠੀਕ ਹੈ। ਦੈਨ ਰਿਲੀਜਨ ਦਾ ਯਾਨੀ ਕਿ ਸਾਨੂੰ ਅਧਿਕਾਰ ਹੈਗਾ ਕਿ ਅਸੀਂ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਾਂ। ਧਾਰਮਿਕ ਸੁਤੰਤਰਤਾ 25 ਤੋਂ ਲੈ ਕੇ 28 ਆਰਟੀਕਲ ਦੇ ਵਿੱਚ ਹੈ। ਕਲਚਰਲ ਐਂਡ ਐਜੂਕੇਸ਼ਨਲ ਰਾਈਟਸ ਨੂੰ 29 ਐਂਡ 30 ਆਰਟੀਕਲ 'ਚ ਸ਼ਾਮਿਲ ਕੀਤਾ ਗਿਆ। ਔਰ ਕਨਸਟੀਟਿਊਸ਼ਨਲ ਰੈਮਡੀਜ਼ ਜਿਸ ਦੇ ਬਾਰੇ ਮੈਂ ਤੁਹਾਨੂੰ ਹੁਣੇ 32 ਆਰਟੀਕਲ ਬਾਰੇ ਦੱਸਿਆ, ਤਾਂ ਇਹ ਹੈਗਾ ਜੀ ਕਨਸਟੀਟਿਊਸ਼ਨਲ ਰੈਮਡੀਜ਼ ਦਾ। ਇਹ ਵਾਲਾ ਆਰਟੀਕਲ ਬਹੁਤ ਇੰਪੋਰਟੈਂਟ ਹੈ। ਅਦਰਵਾਈਜ਼ ਵੀ ਫੰਡਾਮੈਂਟਲ ਰਾਈਟਸ ਦੇ ਇੱਕ ਆਰਟੀਕਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਠੀਕ ਹੈ, ਕਿ ਕਿਸ ਆਰਟੀਕਲ ਦੇ ਵਿੱਚ ਕਿਸ ਬਾਰੇ ਗੱਲ ਕੀਤੀ ਗਈ ਆ, ਓਕੇ। ਤਾਂ ਜਦੋਂ ਅਸੀਂ ਫੰਡਾਮੈਂਟਲ ਰਾਈਟਸ ਬਾਰੇ ਪੜਾਂਗੇ ਨਾ ਉਦੋਂ ਮੈਂ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਕਰਵਾ ਦੇਣਾ ਹੈ, ਬਿਲਕੁਲ ਬੇਸਿਕ ਤੋਂ ਲੈ ਕੇ ਬਿਲਕੁਲ ਮਸਤ ਤਰੀਕੇ ਦੇ ਨਾਲ ਅੱਛੇ ਵੇ ਦੇ ਵਿੱਚ, ਠੀਕ ਹੈ।
ਤਾਂ ਉੱਥੇ ਤੁਹਾਨੂੰ ਸਭ ਕੁਝ ਸਮਝ ਆ ਜਾਏਗਾ ਫੰਡਾਮੈਂਟਲ ਰਾਈਟਸ ਦੇ ਬਾਰੇ ਵਿੱਚ। ਔਰ ਜਦੋਂ ਮੈਂ ਵਾਲਾ ਲੈਕਚਰ ਕਰਵਾਉਂਗੀ ਉਸ ਤੋਂ ਬਾਅਦ ਫੰਡਾਮੈਂਟਲ ਰਾਈਟ ਦਾ ਇੱਕ ਵੀ ਕੁਐਸਚਨ ਨਹੀਂ ਬਣੇਗਾ, ਆਈ ਅਸ਼ੋਰ ਯੂ ਦੈਟ, ਠੀਕ ਹੈ। ਆਫਟਰ ਦੈਟ ਹੈ DPSP। ਸਾਡੀ ਗਵਰਨਮੈਂਟ ਦੇ ਲਈ ਐਕਚੁਅਲੀ ਕੁਝ ਡਾਇਰੈਕਸ਼ਨਸ ਰੱਖੀਆਂ ਗਈਆਂ, ਸੌਰੀ, ਓਕੇ। ਤਾਂ ਇਹਨੂੰ ਅਸੀਂ ਅਡੋਪਟ ਕੀਤਾ ਸੀ ਆਇਰਿਸ਼ ਕਨਸਟੀਟਿਊਸ਼ਨ ਤੋਂ, ਠੀਕ ਹੈ। ਇਹ ਇੱਕ ਤਰ੍ਹਾਂ ਦੀ ਆਬਲੀਗੇਸ਼ਨਸ ਹੁੰਦੀਆਂ ਆ ਕਿ ਅਗਰ ਸਟੇਟ ਕੋਲੋਂ ਯਾਨੀ ਕਿ ਸਾਡੇ ਗਵਰਨਮੈਂਟ ਦੇ ਕੋਲੋਂ ਸੋਰਸਿਸ ਹੈਗੇ ਆ, ਠੀਕ ਹੈ, ਫਿਰ ਤਾਂ ਉਹ DPSP ਨੂੰ ਇੰਪਲੀਮੈਂਟ ਕਰ ਸਕਦੀ ਹੈ। ਅਗਰ ਸੋਰਸਿਸ ਹੀ ਨਹੀਂ ਹੈਗੇ ਤਾਂ ਫਿਰ ਚਾਹੇ ਇੰਪਲੀਮੈਂਟ ਨਾ ਕਰੇ, ਬਟ ਜਦੋਂ ਵੀ ਸੋਰਸਿਸ ਹੋਣ ਤਾਂ ਸਾਡੀ ਸਟੇਟ ਦਾ ਇਹ ਫਰਜ਼ ਬਣਦਾ ਹੈ, ਯਾਨੀ ਕਿ ਇਹ ਫਰਜ਼ ਹੈਗੇ ਆ, ਠੀਕ ਹੈ, ਸਟੇਟ ਦੇ ਕਿ ਇਹ DPSP ਨੂੰ ਲਾਗੂ ਕਰੇ, ਠੀਕ ਹੈ। ਔਰ ਲੋਕਾਂ ਨੂੰ ਇੱਕ ਵੈਲਫੇਅਰ ਸਟੇਟ ਦੇ, ਠੀਕ ਹੈ, ਲੋਕਾਂ ਦੀ ਭਲਾਈ ਦੇ ਲਈ ਕੰਮ ਕਰਨ ਵਾਲੀ ਸਟੇਟ ਦੇ, ਜਿਸ ਤਰ੍ਹਾਂ ਕਿ ਸੜਕਾਂ ਨੂੰ ਬਣਾਉਣਾ, ਕਮਿਊਨਿਟੀ ਸੈਂਟਰਸ ਨੂੰ ਬਣਾਉਣਾ, ਇਕੁਅਲ ਕੰਮ ਦੇ ਲਈ ਇਕੁਅਲ ਪੇ ਵਗੈਰਾ ਦੇਣਾ, ਇੱਦਾਂ ਦੇ ਕਾਫੀ ਸਾਰੇ DPSP ਸਾਡੇ ਇੱਥੇ ਸ਼ਾਮਿਲ ਕੀਤੇ ਗਏ ਨੇ, ਠੀਕ ਹੈ। ਔਰ ਇਹ ਤੁਹਾਨੂੰ ਮਿਲਣਗੇ ਪਾਰਟ 4 ਦੇ ਵਿੱਚ, ਓਕੇ। ਤੇ ਇਹਨਾਂ ਦੇ ਵਿੱਚ ਜੋ ਹੈ ਨਾ ਡਿਟੇਲ ਦੇ ਵਿੱਚ ਕਰਾਂਗੇ ਤਾਂ ਸਾਨੂੰ 3 ਤਰ੍ਹਾਂ ਦੇ DPSP ਮਿਲਣਗੇ, ਸੋਸ਼ਲਿਸਟ, ਗਾਂਧੀਅਨ ਐਂਡ ਲਿਬਰਲ, ਠੀਕ ਹੈ। ਤਾਂ ਇਹਨਾਂ ਨੂੰ ਅੱਗੇ ਜਾ ਕੇ ਕਿ ਕਿਹੜੇ DPSP ਸੋਸ਼ਲਿਸਟ ਚਾਹੁੰਦੇ ਆ, ਕਿਹੜੇ ਗਾਂਧੀਅਨ ਚਾਹੁੰਦੇ ਆ ਔਰ ਕਿਹੜੇ ਲਿਬਰਲ ਚਾਹੁੰਦੇ ਆ, ਇਹ ਵੀ ਮੈਂ ਤੁਹਾਨੂੰ DPSP ਦੇ ਪਾਰਟ ਦੇ ਵਿੱਚ ਡਿਟੇਲ ਦੇ ਵਿੱਚ ਕਵਰ ਕਰਵਾਉਂਗੀ, ਓਕੇ, ਆਲਰਾਈਟ। ਬਟ ਇਹ ਨੋਨ ਜਸਟਿਸੇਬਲ ਹੁੰਦੇ ਆ। ਹੁਣ ਮੈਂ ਤੁਹਾਨੂੰ ਜਿੱਦਾਂ ਬੋਲਿਆ ਕਿ ਇਕੁਅਲ ਪੇ ਇਕੁਅਲ ਵਰਕ ਹੈ ਨਾ, ਇਹ ਸਾਡਾ DPSP ਹੈ। ਮੰਨ ਲਓ ਤੁਸੀਂ ਟੀਚਰ ਹੋ, ਤੁਸੀਂ ਠੇਕੇ ਤੇ ਹੋ, ਠੀਕ ਹੈ, ਔਰ ਤੁਹਾਨੂੰ 10,000 ਸੈਲਰੀ ਮਿਲਦੀ ਹੈ, ਚਾਹੇ ਜ਼ਿਆਦਾ ਮਿਲਦੀ ਹੋਏਗੀ, ਮੈਂ ਜਸਟ ਇੱਕ ਐਗਜ਼ਾਮਪਲ ਲਈ ਹੈ। ਔਰ ਤੁਹਾਡੇ ਜਿਹੜੇ ਰੈਗੂਲਰ ਟੀਚਰ ਹੈ ਉਹਨਾਂ ਨੂੰ ਮੰਨ ਲਓ 40,000 ਸੈਲਰੀ ਮਿਲਦੀ ਹੈ। ਤਾਂ ਇਹ ਨਹੀਂ ਹੈ ਕਿ ਤੁਸੀਂ ਪਹੁੰਚ ਜਾਓਗੇ ਕੋਰਟ ਦੇ ਵਿੱਚ, ਸੁਪਰੀਮ ਕੋਰਟ 'ਚ ਜਾ ਕੇ ਬੋਲੋਗੇ ਕਿ ਜੀ ਸਾਡੀ ਸਟੇਟ ਤਾਂ ਸਾਡੇ DPSP ਨੂੰ ਫੋਲੋ ਨਹੀਂ ਕਰ ਰਹੀ, ਤਾਂ ਇਸ ਦੇ ਲਈ ਇਹਨਾਂ ਦੇ ਉੱਪਰ ਕੇਸ ਚਲਾਉਣਾ ਚਾਹੁੰਦੇ ਹਾਂ ਅਸੀਂ, ਯਾਨੀ ਕਿ ਇਹ ਨੋਨ ਜਸਟਿਸੇਬਲ ਹੁੰਦੀ ਹੈ। ਇਹਦੇ ਲਈ ਤੁਸੀਂ ਕੋਰਟ ਦੇ ਵਿੱਚ ਜਾ ਕੇ ਅਪੀਲ ਨਹੀਂ ਕਰ ਸਕਦੇ, ਓਕੇ। ਉਸ ਤੋਂ ਬਾਅਦ ਆ ਜਾਂਦੀਆਂ ਸਾਡੀਆਂ ਫੰਡਾਮੈਂਟਲ ਡਿਊਟੀਜ਼, ਓਕੇ। ਜਿਸ ਤਰ੍ਹਾਂ ਸਟੇਟ ਦੇ ਫਰਜ਼ ਹੈ ਉਸੇ ਤਰ੍ਹਾਂ ਹੀ ਸਾਡੇ ਇੰਡੀਅਨ ਸਿਟੀਜ਼ਨਸ ਦੇ ਵੀ ਕੁਝ ਫਰਜ਼ ਹੈਗੇ ਆ ਜੋ ਕਿ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਆਉਂਦੇ ਆ, ਠੀਕ ਹੈ। ਔਰ ਇਹ ਤੁਹਾਨੂੰ ਮਿਲਣਗੇ ਪਾਰਟ 4A ਦੇ ਅੰਦਰ। ਜਦੋਂ ਵੀ ਕਿਸੇ ਵੀ ਪਾਰਟ ਦੇ ਨਾਲ ABC ਵਗੈਰਾ ਲੱਗਿਆ ਹੋਏ ਤਾਂ ਸਮਝ ਜਾਣਾ ਕਿ ਉਹਨੂੰ ਕਿਸੇ ਨਾ ਕਿਸੇ ਅਮੈਂਡਮੈਂਟ ਦੇ ਨਾਲ ਲਿਆਂਦਾ ਗਿਆ, ਠੀਕ ਹੈ। ਤਾਂ ਇਹ ਅਮੈਂਡਮੈਂਟ ਹੋਈ ਸੀ 1976 ਦੇ ਵਿੱਚ, 42nd ਅਮੈਂਡਮੈਂਟ। ਇਹ ਅਮੈਂਡਮੈਂਟ ਤਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹਦੇ ਵਿੱਚ ਕਿੰਨੀਆਂ ਹੀ ਚੀਜ਼ਾਂ ਤੁਸੀਂ ਆਉਣ ਵਾਲੇ ਟਾਈਮ 'ਚ ਪੜੋਗੇ ਜੋ ਕਨਸਟੀਟਿਊਸ਼ਨ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ, ਠੀਕ ਹੈ। ਤਾਂ ਇਸ ਦੇ ਲਈ ਇੱਕੋ ਇੱਕ ਆਰਟੀਕਲ ਹੈ, ਕਿਹੜਾ ਜੀ? 51A ਆਰਟੀਕਲ ਹੈ, ਠੀਕ ਹੈ। ਤੇ ਉਸ ਟਾਈਮ ਦੇ ਉੱਪਰ ਇਸ ਦੇ ਲਈ ਕਮੇਟੀ ਬਣਾਈ ਗਈ ਸੀ, ਸਵਰਨ ਸਿੰਘ ਕਮੇਟੀ, ਔਰ ਉਸੇ ਕਮੇਟੀ ਨੇ ਹੀ ਰეკਮੈਂਡ ਕੀਤਾ ਸੀਗਾ ਕਿ ਫੰਡਾਮੈਂਟਲ ਡਿਊਟੀਜ਼ ਨੂੰ ਲਿਆਂਦਾ ਜਾਣਾ ਚਾਹੀਦਾ ਹੈ। ਔਰ ਸਟਾਰਟਿੰਗ ਦੇ ਵਿੱਚ ਲਿਆਂਦੀਆਂ ਗਈਆਂ 10 ਫੰਡਾਮੈਂਟਲ ਡਿਊਟੀਜ਼ ਸਵਰਨ ਸਿੰਘ ਕਮੇਟੀ ਵੱਲੋਂ, ਠੀਕ ਹੈ। ਤੇ ਬਾਅਦ ਦੇ ਵਿੱਚ ਇੱਕ ਜੋ ਹੈ ਨਾ ਅਲੱਗ ਤੋਂ ਐਡ ਕੀਤੀ ਗਈ 11th ਨੰਬਰ ਦੀ ਡਿਊਟੀ, ਜੋ ਕਿ 86th ਅਮੈਂਡਮੈਂਟ ਦੇ ਨਾਲ 2002 ਦੇ ਵਿੱਚ ਐਡ ਕੀਤੀ ਗਈ ਸੀ, ਠੀਕ ਹੈ। ਤਾਂ 3 ਤਰ੍ਹਾਂ ਦੇ ਕੁਐਸਚਨ ਬਣ ਗਏ। ਅਗਰ ਤੁਹਾਡੇ ਕੋਲ ਪੁੱਛਿਆ ਜਾਏ ਕਿ ਕੁਐਸਚਨ ਨੂੰ ਧਿਆਨ ਨਾਲ ਪੜ੍ਹ ਲੈਣਾ, ਬਿਕਾਜ਼ ਐਦਾਂ ਦੇ ਕੁਐਸਚਨ ਆਏ ਹੋਏ ਨੇ, ਠੀਕ ਹੈ, ਔਰ ਅਸੀਂ ਅਕਸਰ ਗਲਤੀ ਕਰ ਦਿੰਦੇ ਹਾਂ। ਅਗਰ ਪੁੱਛਿਆ ਜਾਏ ਕਿ ਕਨਸਟੀਟਿਊਸ਼ਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਕਿੰਨੀਆਂ ਡਿਊਟੀਜ਼ ਨੂੰ, ਫੰਡਾਮੈਂਟਲ ਡਿਊਟੀਜ਼ ਨੂੰ ਇਨਕਲੂਡ ਕੀਤਾ ਗਿਆ, ਤੁਹਾਡਾ ਆਨਸਰ ਹੋਏਗਾ 0, ਓਕੇ। ਫਿਰ ਅਗਰ ਆਏ ਕਿ 1976 ਦੀ 42nd ਅਮੈਂਡਮੈਂਟ ਦੇ ਨਾਲ ਕਿੰਨੀਆਂ ਡਿਊਟੀਜ਼ ਨੂੰ ਐਡ ਕੀਤਾ ਗਿਆ, ਤਾਂ ਤੁਹਾਡਾ ਆਨਸਰ ਹੋਏਗਾ 10। ਬਟ ਅਗਰ ਪੁੱਛਿਆ ਜੇ ਐਟ ਪ੍ਰੈਜ਼ੈਂਟ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕਿੰਨੀਆਂ ਫੰਡਾਮੈਂਟਲ ਡਿਊਟੀਜ਼ ਹੈ, ਤਾਂ ਯੋਰ ਆਨਸਰ ਸ਼ੁੱਡ ਬੀ 11, ਓਕੇ। ਤਾਂ ਤਿੰਨੋਂ ਹੀ ਅਲੱਗ-ਅਲੱਗ ਕੁਐਸਚਨਸ ਬਣ ਜਾਣਗੇ, ਓਕੇ, ਸਮਝ ਗਏ। ਤਾਂ ਜਿਸ ਤਰ੍ਹਾਂ ਕਿ ਹੁਣ ਫੰਡਾਮੈਂਟਲ ਡਿਊਟੀਜ਼ ਕਿੱਦਾਂ ਦੀਆਂ ਹੁੰਦੀਆਂ, ਜਿਸ ਤਰ੍ਹਾਂ ਕਿ ਸਾਡੇ ਕੋਲੋਂ ਸਟੇਟ ਐਕਸਪੈਕਟ ਕਰਦੀ ਹੈ ਕਿ ਅਸੀਂ ਨੈਸ਼ਨਲ ਫਲੈਗ ਨੂੰ ਰਿਸਪੈਕਟ ਕਰੀਏ, ਨੈਸ਼ਨਲ ਐਂਥਮ ਨੂੰ ਰਿਸਪੈਕਟ ਕਰੀਏ, ਹੈ ਨਾ। ਆਫਟਰ ਦੈਟ ਬ੍ਰਦਰਹੁੱਡ ਨੂੰ ਰਿਸਪੈਕਟ ਕਰੀਏ, ਓਕੇ, ਯਾਨੀ ਭਾਈਚਾਰੇ ਦੀ ਭਾਵਨਾ ਰੱਖੀਏ, ਇੰਡੀਆ ਦੇ ਹੈਰੀਟੇਜ ਨੂੰ ਪ੍ਰੋਟੈਕਟ ਕਰਕੇ ਰੱਖੀਏ। ਬਟ ਇਹ ਵੀ ਨੋਨ ਜਸਟਿਸੇਬਲ ਹੈ। ਕਹਿਣ ਦਾ ਮਤਲਬ ਅਗਰ ਅਸੀਂ ਸਾਰੇ ਕੰਮ ਨਹੀਂ ਕਰਦੇ ਤਾਂ ਸਾਡੀ ਸਟੇਟ ਇਸ ਦੇ ਅਗੇਂਸਟ ਕੋਰਟ ਦੇ ਵਿੱਚ ਨਹੀਂ ਜਾਏਗੀ ਕਿ ਸਾਡੇ ਸਿਟੀਜ਼ਨਸ ਦੇ ਉੱਪਰ ਇਸ ਨੂੰ ਥੋਪਿਆ ਜਾਏ, ਠੀਕ ਹੈ। ਇਹ ਸਾਡੀ ਮਰਜ਼ੀ ਹੈ, ਅਸੀਂ ਇਹਨਾਂ ਨੂੰ ਫੋਲੋ ਕਰੀਏ ਜਾਂ ਫਿਰ ਨਾ ਕਰੀਏ, ਓਕੇ। ਬਟ ਐਜ਼ ਇੰਡੀਅਨ ਸਿਟੀਜ਼ਨ ਸਾਨੂੰ ਫੋਲੋ ਕਰਨਾ ਚਾਹੀਦਾ, ਓਕੇ, ਆਲਰਾਈਟ। ਇਸ ਤੋਂ ਬਾਅਦ ਇਹ ਵਾਲਾ ਪਾਰਟ ਵੈਸੇ ਅਸੀਂ ਪਿੱਛੇ ਕਰ ਹੀ ਚੁੱਕੇ ਹਾਂ ਕਿ ਜੁਡੀਸ਼ੀਅਲ ਸੁਪਰੀਮੇਸੀ ਹੈ ਸਾਡੇ ਇੱਥੇ ਅਮਰੀਕਨ ਕਨਸਟੀਟਿਊਸ਼ਨ ਦੀ ਤਰ੍ਹਾਂ, ਔਰ ਸਾਡੇ ਇੱਥੇ ਪਾਰਲੀਮੈਂਟ ਵਿੱਚ ਸੋਵਰਨ ਵੀ ਹੈ ਬ੍ਰਿਟੇਨ ਦੀ ਤਰ੍ਹਾਂ, ਠੀਕ ਹੈ। ਤਾਂ ਇਹ ਐਗਜ਼ਾਮਪਲ ਮੈਂ ਤੁਹਾਨੂੰ ਪਹਿਲਾਂ ਹੀ ਦੇ ਦਿੱਤੀਆਂ। ਜਿਸ ਤਰ੍ਹਾਂ ਸਾਡੀ ਸੁਪਰੀਮੇਸੀ ਜੁਡੀਸ਼ੀਅਲ ਕਿੱਦਾਂ ਹੋਏਗੀ, ਜੁਡੀਸ਼ੀਅਲ ਰਿਵਿਊ ਕਰਕੇ, ਹੈ ਨਾ, ਕਿ ਪਾਰਲੀਮੈਂਟ ਵੱਲੋਂ ਬਣਾਏ ਗਏ ਕਿਸੇ ਵੀ ਕਾਨੂੰਨ ਦਾ ਸਾਡੀ ਸੁਪਰੀਮ ਕੋਰਟ ਜੁਡੀਸ਼ੀਅਲ ਰਿਵਿਊ ਕਰ ਸਕਦੀ ਹੈ ਔਰ ਉਸ ਦੇ ਵਿੱਚ ਚੇਂਜਸ ਕਰਨ ਦੇ ਲਈ ਬੋਲ ਸਕਦੀ ਹੈ ਜਾਂ ਫਿਰ ਉਹਨੂੰ ਨਲ ਐਂਡ ਵੋਇਡ ਕਰ ਸਕਦੀ ਹੈ, ਠੀਕ ਹੈ। ਆਫਟਰ ਦੈਟ ਅਮੈਂਡਮੈਂਟ
ਇਹ ਸਾਡੇ ਪਾਰਲੀਮੈਂਟ ਦੀ ਸੋਵਰੇਨਿਟੀ ਨੂੰ ਦਿਖਾ ਰਿਹਾ ਹੈ। ਕਿਸ ਤਰ੍ਹਾਂ? ਸਾਡੇ ਪਾਰਲੀਮੈਂਟ ਦੇ ਕੋਲ ਪਾਵਰ ਹੈਗੀ ਹੈ ਕਿ ਉਹ ਕਨਸਟੀਟਿਊਸ਼ਨ 'ਚ ਕੋਈ ਵੀ ਚੇਂਜ ਕਰਨਾ ਚਾਹੁੰਦੀ ਹੈ ਤਾਂ ਉਸ ਦੇ ਲਈ ਅਮੈਂਡਮੈਂਟ ਕਰ ਸਕਦੀ ਹੈ, ਠੀਕ ਹੈ। ਤਾਂ ਓਬਵੀਅਸਲੀ ਇਸ ਦੇ ਨਾਲ ਸਾਡੀ ਪਾਰਲੀਮੈਂਟ ਫਿਰ ਕੀ ਹੋ ਜਾਂਦੀ ਹੈ? ਸੁਪਰੀਮ ਹੋ ਜਾਂਦੀ ਹੈ। ਸਮਝ ਗਏ ਨਾ? ਸਾਡੇ ਤੇ ਜੁਡੀਸ਼ੀਅਲ ਸੁਪਰੀਮੇਸੀ ਵੀ ਹੈਗੀ ਹੈ, ਬਟ ਐਟ ਦ ਸੇਮ ਟਾਈਮ ਸਾਡੀ ਪਾਰਲੀਮੈਂਟ ਵੀ ਸੋਵਰਨ ਹੈ, ਓਕੇ। ਸਭ ਤੋਂ ਉੱਪਰ ਸਾਡੇ ਇੱਥੇ ਆਉਂਦੀ ਹੈ ਜੀ ਸੁਪਰੀਮ ਕੋਰਟ, ਹੈ ਨਾ। ਇਸ ਤੋਂ ਬਾਅਦ ਆ ਜਾਂਦੀਆਂ ਆ ਹਾਈ ਕੋਰਟ। ਆਫਟਰ ਦੈਟ ਇੱਥੇ ਆ ਜਾਣਗੀਆਂ ਸਾਡੀਆਂ ਜੋ ਡਿਸਟ੍ਰਿਕਟ ਦੀਆਂ ਕੋਰਟਸ, ਓਕੇ। ਦੈਨ ਅਦਰ ਲੋਅਰ ਕੋਰਟਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਇੱਥੇ ਜਿੰਨੇ ਵੀ ਲਾਜ਼ ਹੈਗੇ ਆ ਸਾਰੇ ਸੇਮ ਫੋਲੋ ਕੀਤੇ ਜਾਂਦੇ ਆ, ਸੁਪਰੀਮ ਕੋਰਟ ਤੋਂ ਲੈ ਕੇ ਔਰ ਨੀਚੇ ਲੋਅਰ ਕੋਰਟਸ ਤੱਕ। ਬਟ ਅਗਰ ਤੁਸੀਂ ਯੂਐਸ ਨੂੰ ਦੇਖੋਗੇ ਤਾਂ ਉੱਥੇ ਐਦਾਂ ਨਹੀਂ ਹੁੰਦਾ। ਉੱਥੇ ਫੈਡਰਲ ਲਾਜ਼ ਅਲੱਗ ਹੁੰਦੇ ਆ ਤੇ ਸਟੇਟ ਦੇ ਲਾਅ ਅਲੱਗ ਹੁੰਦੇ ਨੇ, ਠੀਕ ਹੈ ਜੀ, ਓਕੇ। ਤੇ ਅਗਰ ਅਸੀਂ ਇੱਥੇ ਦੇਖ ਲਈਏ ਸਾਡੇ ਸੁਪਰੀਮ ਕੋਰਟ, ਇਹਦੇ ਲਈ ਦੋ ਕੁਐਸਚਨਸ ਆਉਂਦੇ ਆ, who is the guardian of the constitution and who is the guarantor of the fundamental rights। ਤਾਂ ਤੁਸੀਂ ਯਾਦ ਰੱਖੋਗੇ ਦੋਨਾਂ ਦਾ ਹੀ ਆਨਸਰ ਸਾਡੀ ਸੁਪਰੀਮ ਕੋਰਟ ਹੋਏਗੀ। ਸਮਝ ਗਏ ਜੀ? ਆਲਰਾਈਟ। ਤੇ ਸੁਪਰੀਮ ਕੋਰਟ ਦੇ ਜਿਹੜੇ ਜੱਜਸ ਹੁੰਦੇ ਆ ਉਹਨਾਂ ਦੀ ਸੈਲਰੀ ਕਿੱਥੋਂ ਦਿੱਤੀ ਜਾਂਦੀ ਹੈ? ਕੰਸੋਲੀਡੇਟਿਡ ਫੰਡ ਦੇ ਵਿੱਚੋਂ, ਠੀਕ ਹੈ। ਔਰ ਸੁਪਰੀਮ ਕੋਰਟ ਦੇ ਲਈ ਆਰਟੀਕਲ ਕਿਹੜਾ ਹੈਗਾ? 124, ਓਕੇ। ਤੇ ਜਿਹੜੀ ਸਾਡਾ ਜੁਡੀਸ਼ੀਅਲ ਸਿਸਟਮ ਹੈ ਇਹ ਇੰਟੀਗ੍ਰੇਟਿਡ ਵੀ ਹੁੰਦਾ ਆ, ਠੀਕ ਹੈ। यानी कि अपर टू लोअर आएगा तो सारे लॉ सेम होंगे, ओके। एंड इंडिपेंडेंट रहती है सारी दी सारी जुडिशरी, ओके। इस तो बाद है सैकुलर। देखो सैकुलर वर्ड तो ही तुहानू समझ आ रहा होएगा धर्म निरपेक्षता, है ना। तो देखो ये साडे कॉन्स्टिट्यूशन दे विच स्टार्टिंग दे विच शामिल नहीं किया गया सी सैकुलर वर्ड, ये भी तुसीं याद रख लेना, ठीक है। इनू भी बाद दे विच 42nd अमेंडमेंट 1976 दे विच लिआंदा गया और इसनू भी प्रीम्बल दे विच लिआंदा गया सी, ठीक है। प्रीम्बल दे विच ऐड किया गया सीगा। इस दा मतलब की है? इसका मतलब है साडे इंडिया पॉइंट ऑफ व्यू दे नाल कि इंडिया दे विच सारे ही रिलीजन नू इक्वल इंपॉर्टेंस दित्ती जांदी है, इक्वल रिस्पैक्ट दित्ती जांदी है। ਜਿਹੜੀ ਸਾਡੀ ਸਟੇਟ ਹੈ, ਦੇਖੋ ਸਟੇਟ ਦਾ ਮਤਲਬ ਇੱਥੇ ਤੁਸੀਂ ਰਾਜ ਤੋਂ ਨਹੀਂ ਲਓਗੇ। ਜਦੋਂ ਵੀ ਤੁਸੀਂ ਕਨਸਟੀਟਿਊਸ਼ਨ ਪੜੋਗੇ ਤਾਂ ਉਸ ਦੇ ਵਿੱਚ ਸਟੇਟ ਦਾ ਮਤਲਬ ਤੁਸੀਂ ਹਮੇਸ਼ਾ ਗਵਰਨਮੈਂਟ ਆਫ ਇੰਡੀਆ ਲਓਗੇ, ਸੈਂਟਰ ਗਵਰਨਮੈਂਟ, ਠੀਕ ਹੈ। ਤਾਂ ਜਿਹੜੀ ਸਾਡੀ ਸਟੇਟ ਹੈ ਉਸ ਦਾ ਆਪਣਾ ਕੋਈ ਵੀ ਧਰਮ ਨਹੀਂ ਹੁੰਦਾ, ਠੀਕ ਹੈ। ਬਟ ਆਪਣਾ ਕੋਈ ਧਰਮ ਨਹੀਂ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵੀ ਕੋਈ ਧਰਮ ਨਹੀਂ ਅਪਣਾ ਸਕਦੇ। ਸਿਟੀਜ਼ਨਸ ਨੂੰ ਪੂਰੀ ਆਜ਼ਾਦੀ ਦਿੱਤੀ ਗਈ ਹੈ, ਠੀਕ ਹੈ। ਹੁਣ ਤੁਸੀਂ ਦੇਖੋ ਸਾਡੇ ਕਨਸਟੀਟਿਊਸ਼ਨ 'ਚ ਨੋ ਡਾਊਟ ਪਹਿਲਾਂ ਇਹ ਸ਼ਾਮਿਲ ਵਰਡ ਨਹੀਂ ਕੀਤਾ ਗਿਆ, ਇਹਨੂੰ ਬਾਅਦ 'ਚ ਸ਼ਾਮਿਲ ਕੀਤਾ ਗਿਆ। ਬਟ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਦੇ ਬਾਰੇ ਦੇ ਵਿੱਚ ਗੱਲ ਨਹੀਂ ਹੋਈ। ਸਾਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਅਸੀਂ ਇੱਕ ਸੈਕੂਲਰ ਸਟੇਟ ਹਾਂ। ਜਦੋਂ ਤੁਸੀਂ ਸਾਡੇ ਫੰਡਾਮੈਂਟਲ ਰਾਈਟਸ ਨੂੰ ਪੜੋਗੇ ਤਾਂ ਤੁਹਾਨੂੰ ਪਤਾ ਚੱਲ ਵੀ ਜਾਏਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਥੋੜਾ ਦੱਸ ਦਿਆਂ, ਜਿੱਦਾਂ ਆਰਟੀਕਲ 15 ਹੈ, ਠੀਕ ਹੈ। ਇਸ ਦੇ ਵਿੱਚ ਗੱਲ ਕੀਤੀ ਗਈ ਹੈ ਨੋ ਡਿਸਕ੍ਰਿਮੀਨੇਸ਼ਨ ਦੀ, ਹੈ ਨਾ। ਯਾਨੀ ਕਿ ਕਿਸੇ ਦੇ ਨਾਲ ਵੀ ਇੰਡੀਆ 'ਚ ਭੇਦਭਾਵ ਨਹੀਂ ਕੀਤਾ ਜਾਏਗਾ। ਤਾਂ ਇਸ ਦੇ ਵਿੱਚ ਇਹ ਵੀ ਹੈ ਕਿ ਰਿਲੀਜਨ ਦੇ ਬੇਸ ਦੇ ਉੱਪਰ ਵੀ ਕੋਈ ਭੇਦਭਾਵ ਨਹੀਂ ਹੋਏਗਾ, ਠੀਕ ਹੈ। ਆਫਟਰ ਦੈਟ ਆਰਟੀਕਲ 16 ਦੇ ਵਿੱਚ ਹੈਗਾ ਸਾਰਿਆਂ ਨੂੰ ਇਕੁਅਲ ਇੰਪਲੋਇਮੈਂਟ ਦੀਆਂ ਅਪੋਰਚੁਨਿਟੀਜ਼ ਮਿਲਣਗੀਆਂ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੋਏ, ਠੀਕ ਹੈ। ਤੇ 25 ਤੋਂ ਲੈ ਕੇ 28 ਦੇ ਜਿਹੜੇ ਆਰਟੀਕਲ ਹੈ ਇਹ ਤਾਂ ਵੈਸੇ ਹੀ ਰਿਲੀਜਨ ਦੀ ਸੁਤੰਤਰਤਾ ਦੇ ਬਾਰੇ ਦੇ ਵਿੱਚ ਗੱਲ ਕਰਦੇ ਨੇ, ਓਕੇ। ਆਰਟੀਕਲ 25 'ਚ ਬੋਲਿਆ ਗਿਆ ਕਿ ਅਸੀਂ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਾਂ, ਮੰਨ ਸਕਦੇ ਹਾਂ, ਕਿਸੇ ਵੀ ਧਰਮ ਦਾ ਪ੍ਰਚਾਰ ਕਰ ਸਕਦੇ ਹਾਂ। 26 ਆਰਟੀਕਲ ਦੇ ਵਿੱਚ ਹੈਗਾ ਕਿ ਕੋਈ ਵੀ ਧਰਮ ਆਪਣੇ ਧਾਰਮਿਕ ਅਫੇਅਰਸ ਨੂੰ ਮੈਨੇਜ ਕਰ ਸਕਦਾ ਹੈ, ਠੀਕ ਹੈ। ਦੈਨ 27 ਦੇ ਵਿੱਚ ਹੈਗਾ ਕਿ ਅਗਰ ਤੁਸੀਂ ਧਰਮ ਦਾ ਪ੍ਰਚਾਰ ਕਰ ਰਹੇ ਹੋ ਤਾਂ ਉਹਨਾਂ ਸੰਸਥਾਵਾਂ ਦੇ ਉੱਪਰ ਟੈਕਸ ਨੂੰ ਇੰਪੋਜ਼ ਨਹੀਂ ਕੀਤਾ ਜਾਏਗਾ ਸਮਟਾਈਮਸ। ਆਰਟੀਕਲ 28 ਦੇ ਵਿੱਚ ਹੈਗਾ ਕਿ ਜੋ ਸਟੇਟ ਹੈ ਇਹਦੇ ਵੱਲੋਂ ਚਾਹੇ ਜਿੰਨੇ ਵੀ ਐਜੂਕੇਸ਼ਨਲ ਇੰਸਟੀਟਿਊਸ਼ਨ ਕਿਉਂ ਨਾ ਚਲਾਏ ਗਏ ਹੋਣ ਉਹਨਾਂ ਦੇ ਵਿੱਚ ਕਿਸੇ ਵੀ ਪਾਰਟਿਕੂਲਰ ਰਿਲੀਜਨ ਦੇ ਲਈ ਕੋਈ ਵੀ ਇੰਸਟਰਕਸ਼ਨਸ ਨੂੰ ਨਹੀਂ ਦਿੱਤਾ ਜਾਏਗਾ, ਓਕੇ। ਤਾਂ ਇਸ ਤਰ੍ਹਾਂ ਅਸੀਂ ਫਿਰ ਕੀ ਹੈਗੇ ਆ, ਇੱਕ ਸੈਕੂਲਰ ਕੰਟਰੀ ਆ, ਓਕੇ। ਦੈਨ ਸਾਡੇ ਇੱਥੇ ਮਿਲਦੀ ਹੈ ਸਿੰਗਲ ਸਿਟੀਜ਼ਨਸ਼ਿਪ। ਇਹ ਵੀ ਅਸੀਂ ਪਹਿਲਾਂ ਹੀ ਕਰ ਲਈ ਕਿ ਅਸੀਂ ਇੰਡੀਅਨ ਸਿਟੀਜ਼ਨ ਹਾਂ। ਅਸੀਂ ਪੰਜਾਬ ਦੀ ਅਲੱਗ ਤੋਂ, ਹਰਿਆਣਾ ਦੀ ਅਲੱਗ ਤੋਂ, ਯੂਪੀ ਦੀ ਅਲੱਗ ਤੋਂ ਸਿਟੀਜ਼ਨਸ਼ਿਪ ਨਹੀਂ ਲੈਣੀ ਪੈਂਦੀ। ਅਸੀਂ ਲੈਂਦੇ ਹਾਂ ਸਿਰਫ ਔਰ ਸਿਰਫ ਇੰਡੀਆ ਦੀ ਸਿਟੀਜ਼ਨਸ਼ਿਪ, ਠੀਕ ਹੈ। ਤੇ ਯੂਐਸ ਦੇ ਵਿੱਚ ਸਟੇਟ ਦੀ ਸਿਟੀਜ਼ਨਸ਼ਿਪ ਅਲੱਗ ਤੋਂ ਹੁੰਦੀ ਹੈ ਔਰ ਸੈਂਟਰ ਦੀ ਸਿਟੀਜ਼ਨਸ਼ਿਪ ਅਲੱਗ ਤੋਂ ਹੁੰਦੀ ਹੈ, ਓਕੇ। ਹਾਂਜੀ, ਅੱਗੇ ਵਾਲਾ ਇਹ ਪਾਰਟ ਸਾਡੇ ਕਨਸਟੀਟਿਊਸ਼ਨ ਦਾ ਬਹੁਤ ਹੀ ਇੰਪੋਰਟੈਂਟ ਪਾਰਟ ਮੰਨਿਆ ਗਿਆ, ਓਕੇ। ਦੈਟ ਇਜ਼ ਯੂਨੀਵਰਸਲ ਐਡਲਟ ਫਰੈਂਚਾਈਜ਼ੀ। ਕਹਿਣ ਦਾ ਮਤਲਬ ਸਾਡੇ ਇੱਥੇ ਜਿਹੜਾ ਵੀ ਪਰਸਨ 18 ਸਾਲ ਤੋਂ ਉੱਪਰ ਦਾ ਹੋ ਜਾਂਦਾ ਹੈ ਉਹ ਪਰਸਨ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਬਿਨਾਂ ਕਿਸੇ ਭੇਦਭਾਵ ਤੋਂ। ਨਾ ਹੀ ਉਸਦਾ ਧਰਮ ਦੇਖਿਆ ਜਾਂਦਾ ਹੈ, ਨਾ ਜਾਤ ਦੇਖੀ ਜਾਂਦੀ ਹੈ, ਨਾ ਲਿੰਗ ਦੇਖਿਆ ਜਾਂਦਾ ਹੈ, ਨਾ ਰੰਗ ਦੇਖਿਆ ਜਾਂਦਾ ਹੈ, ਠੀਕ ਹੈ। ਹਰ ਇੱਕ ਪਰਸਨ 18 ਸਾਲ ਦਾ ਹੋ ਗਿਆ ਤਾਂ ਉਹਨੂੰ ਰਾਈਟ ਹੈਗਾ ਆ ਕਿ ਉਹ ਵੋਟ ਪਾ ਸਕਦਾ ਹੈ। ਯਾਨੀ ਕਿ ਆਪਣੀ ਸਰਕਾਰ ਅਸੀਂ ਆਪ ਚੁਣਦੇ ਹਾਂ, ਠੀਕ ਹੈ, ਜਿਨ੍ਹਾਂ ਨੇ ਸਾਡੇ ਲਈ ਕੰਮ ਕਰਨਾ ਹੈ, ਓਕੇ।
शुरू ਦੇ ਵਿੱਚ ਇਹ ਵਾਲੀ ਏਜ ਰੱਖੀ ਗਈ ਸੀ 21, ਪਰ ਬਾਅਦ ਦੇ ਵਿੱਚ 61 ਨੰਬਰ ਦੀ ਕਨਸਟੀਟਿਊਸ਼ਨਲ ਅਮੈਂਡਮੈਂਟ ਕਰਕੇ ਔਰ ਇਸ ਏਜ ਨੂੰ 21 ਤੋਂ ਘਟਾ ਕੇ 18 ਕਰ ਦਿੱਤਾ ਗਿਆ। ਇਹ ਵੀ ਬਹੁਤ ਇੰਪੋਰਟੈਂਟ ਰਹੇਗਾ, ਯਾਦ ਰੱਖਣਾ। ਓਕੇ, ਆਫਟਰ ਦੈਟ ਆ ਜਾਂਦੀਆਂ ਸਾਡੀਆਂ ਲੋਕਲ ਗਵਰਨਮੈਂਟਸ। ਤਾਂ ਦੇਖੋ, ਅਗਰ ਤੁਸੀਂ ਕਨਸਟੀਟਿਊਸ਼ਨ ਦੀ ਸਟਾਰਟਿੰਗ ਦੇਖੋਗੇ, ਫਿਰ ਉਹੀ ਗੱਲ, ਜਦੋਂ ਸਾਡਾ ਕਨਸਟੀਟਿਊਸ਼ਨ ਲਿਖਿਆ ਗਿਆ ਸੀ ਉਸ ਟਾਈਮ ਦੇ ਵਿੱਚ ਪੰਚਾਇਤਾਂ, ਮਿਊਨਿਸਪੈਲਿਟੀਜ਼ ਜਾਂ ਫਿਰ ਕੋਆਪਰੇਟਿਵ ਸੁਸਾਇਟੀਜ਼ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਕਨਸਟੀਟਿਊਸ਼ਨ ਦੇ ਵਿੱਚ। ਠੀਕ ਹੈ, ਮੈਂ ਤੇ ਕਨਸਟੀਟਿਊਸ਼ਨ ਦੇ ਅੰਦਰ ਸ਼ਾਮਿਲ ਕਰਨ ਦੀ ਗੱਲ ਕਰ ਰਹੀ ਹਾਂ। ਉਸ ਟਾਈਮ ਤੇ ਸਾਡੀ ਸੈਂਟਰ ਗਵਰਨਮੈਂਟ ਐਂਡ ਸਟੇਟ ਗਵਰਨਮੈਂਟਸ ਨੂੰ ਹੀ ਮੈਂਸ਼ਨ ਕੀਤਾ ਗਿਆ ਸੀ। ਓਕੇ, ਬਾਅਦ ਦੇ ਵਿੱਚ 1992 ਦੇ ਵਿੱਚ ਸਰਕਾਰ ਹੈਗੀ ਸੀ PV ਨਰਸਿਮਹਾ ਰਾਓ ਦੀ। ਉਹਨਾਂ ਨੇ ਦੋ ਬਹੁਤ ਹੀ ਇੰਪੋਰਟੈਂਟ ਅਮੈਂਡਮੈਂਟਸ ਕੀਤੀਆਂ। ਠੀਕ ਹੈ, ਇੱਕ 73rd ਨੰਬਰ ਦੀ ਅਮੈਂਡਮੈਂਟ ਕੀਤੀ ਗਈ, ਦੂਸਰੀ 74th ਨੰਬਰ ਦੀ। ਦੋਨੋਂ ਹੀ ਅਮੈਂਡਮੈਂਟ ਦੇ ਸਾਲ ਇੱਕੋ ਹੀ ਰਹੇਗਾ, ਯਾਦ ਰੱਖ ਲੈਣਾ, ਇੰਪੋਰਟੈਂਟ ਰਹੇਗਾ, 1992। ਓਕੇ, ਤੇ ਜਦੋਂ 73rd ਅਮੈਂਡਮੈਂਟ ਕੀਤੀ ਗਈ ਸੀ ਉਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਪੰਚਾਇਤਾਂ ਨੂੰ, 74th ਅਮੈਂਡਮੈਂਟ ਦੇ ਵਿੱਚ ਮਿਊਨਿਸਪੈਲਿਟੀਜ਼ ਨੂੰ ਸ਼ਾਮਿਲ ਕੀਤਾ ਗਿਆ ਸੀ। ਠੀਕ ਹੈ, ਓਕੇ, ਤੇ ਪੰਚਾਇਤਾਂ ਦੇ ਲਈ ਇੱਕ ਨਵਾਂ ਪਾਰਟ ਲਿਆਂਦਾ ਗਿਆ, ਪਾਰਟ ਨੰਬਰ 9, ਐਂਡ ਨਵਾਂ ਹੀ ਸ਼ਡਿਊਲ ਸ਼ਾਮਿਲ ਕੀਤਾ ਗਿਆ, ਉਹ ਹੈਗਾ ਆ 11th ਸ਼ਡਿਊਲ। ਠੀਕ ਹੈ, ਤੇ ਇਸ ਤੋਂ ਬਾਅਦ ਪਾਰਟ ਨੰਬਰ 9A ਦੇ ਵਿੱਚ ਮਿਊਨਿਸਪੈਲਿਟੀਜ਼ ਆਈਆਂ ਔਰ ਸ਼ਡਿਊਲ ਇਸ ਦੇ ਲਈ 12 ਸ਼ਾਮਿਲ ਕੀਤਾ ਗਿਆ। ਓਕੇ, ਲੇਟਰ ਔਨ 2011 ਦੇ ਵਿੱਚ ਜਾ ਕੇ 97th ਨੰਬਰ ਦੀ ਇੱਕ ਹੋਰ ਅਮੈਂਡਮੈਂਟ ਕੀਤੀ ਗਈ ਔਰ ਕੋਆਪਰੇਟਿਵ ਸੁਸਾਇਟੀਜ਼ ਨੂੰ ਲਿਆਂਦਾ ਗਿਆ ਕਨਸਟੀਟਿਊਸ਼ਨ ਦੇ ਅੰਡਰ। ਓਕੇ, ਇਸ ਦੇ ਲਈ ਪਾਰਟ ਆਇਆ 9B। ਠੀਕ ਹੈ, ਔਰ ਆਰਟੀਕਲ ਹੋ ਜਾਣਗੇ 243ZH ਤੋਂ ਲੈ ਕੇ 243ZT ਤੱਕ। ਓਕੇ, ਇਹ ਵਾਲੇ ਆਰਟੀਕਲ ਵੀ ਤੁਸੀਂ ਯਾਦ ਰੱਖੋਗੇ। ਜਿੰਨੇ ਵੀ ਮੈਂ ਤੁਹਾਨੂੰ ਅਮੈਂਡਮੈਂਟਸ ਐਸ ਟਾਈਮ ਦੇ ਦੌਰਾਨ ਕਰਵਾਉਂਗੀ ਨਾ, ਯਾਨੀ ਪੂਰੀ ਸੀਰੀਜ਼ ਦੇ ਵਿੱਚ ਉਹੀ ਅਮੈਂਡਮੈਂਟ ਤੁਹਾਨੂੰ ਕਰਵਾਉਂਗੀ ਜਿਹੜੀਆਂ ਕਿ ਜ਼ਿਆਦਾ ਇੰਪੋਰਟੈਂਟ ਨੇ। ਬਟ ਜਦੋਂ ਸਾਡਾ ਸਾਰਾ ਕਨਸਟੀਟਿਊਸ਼ਨ ਹੋ ਜਾਏਗਾ ਉਸ ਤੋਂ ਬਾਅਦ ਐਟ ਦਾ ਲਾਸਟ ਅਸੀਂ ਕੀ ਕਰਾਂਗੇ, ਇੱਕ ਸਪੈਸ਼ਲ ਸੈਸ਼ਨ ਲੈ ਲਾਂਗੇ ਜਿਸ ਦੇ ਵਿੱਚ ਜ਼ਿਆਦਾ ਇੰਪੋਰਟੈਂਟ ਅਮੈਂਡਮੈਂਟਸ ਨੂੰ ਅਸੀਂ ਕਵਰ ਕਰ ਲਾਂਗੇ। ਓਕੇ, ਰਾਈਟ। ਇਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਇੰਡੀਪੈਂਡੈਂਟ ਆਰਗਨਸ ਦੀ। ਤਾਂ ਦੇਖੋ, ਸਾਡੇ ਕੋਲੋਂ 3 ਮੇਨ ਆਰਗਨ ਹੈ, ਸਾਨੂੰ ਪਤਾ ਹੈ, ਲੈਜਿਸਲੇਟਿਵ, ਐਗਜ਼ੀਕਿਊਟਿਵ ਐਂਡ ਜੁਡੀਸ਼ੀਅਲ, ਰਾਈਟ। ਬਟ ਇਸ ਦੇ ਨਾਲ ਨਾਲ ਇਹਨਾਂ ਨੂੰ ਵੀ ਕੰਟਰੋਲ ਕਰਨ ਦੇ ਲਈ ਕਹਿ ਲਓ ਜਾਂ ਫਿਰ ਪੂਰੇ ਦੇਸ਼ ਦੀ ਜਿਹੜੀ ਮੈਨੇਜਮੈਂਟ ਹੈ, ਐਡਮਿਨਿਸਟ੍ਰੇਸ਼ਨ ਹੈ, ਇਸ ਨੂੰ ਚਲਾਉਣ ਦੇ ਲਈ ਵੀ ਕੁਝ ਆਜ਼ਾਦ ਆਰਗਨਸ ਵੀ ਜਿਹੜੇ ਹੈਗੇ ਆ ਸਾਡੇ ਇੰਡੀਆ ਦੇ ਵਿੱਚ ਫਾਰਮ ਕੀਤੇ ਗਏ। ਠੀਕ ਹੈ, ਜਿਸ ਦੇ ਨਾਲ ਸਾਡੇ ਇੰਡੀਆ ਦੀ ਐਡਮਿਨਿਸਟ੍ਰੇਸ਼ਨ ਈਜ਼ੀ ਹੋ ਜੇ। ਲਾਈਕ ਇਲੈਕਸ਼ਨ ਕਮਿਸ਼ਨ ਹੈ। ਠੀਕ ਹੈ, ਇਲੈਕਸ਼ਨ ਕਮਿਸ਼ਨ ਦੇ ਬਾਰੇ ਦੇ ਵਿੱਚ ਅਸੀਂ ਇਹਦੀਆਂ ਪਾਵਰਸ 324, 325 ਆਰਟੀਕਲ ਦੇ ਵਿੱਚ ਪੜ੍ਹਦੇ ਹਾਂ। ਓਕੇ, ਇਹਨਾਂ ਨੂੰ ਜਦੋਂ ਤੁਸੀਂ ਪੜ੍ਹੋਗੇ ਤੁਹਾਨੂੰ ਸਮਝ ਵਿੱਚ ਆ ਜਾਏਗਾ ਕਿ ਇਲੈਕਸ਼ਨ ਕਮਿਸ਼ਨ ਕਿੰਨੀਆਂ ਜ਼ਿਆਦਾ ਪਾਵਰਸ ਲੈ ਕੇ ਰੱਖਦਾ ਆ ਸਪੈਸੀਫਿਕਲੀ ਇਲੈਕਸ਼ਨਸ ਦੇ ਲਈ। ਠੀਕ ਹੈ, ਇੰਨੀਆਂ ਪਾਵਰ ਸਾਡੇ ਦੇਸ਼ 'ਚ ਇਲੈਕਸ਼ਨ ਦੇ ਲਈ ਕਿਸੇ ਕੋਲ ਵੀ ਨਹੀਂ ਹੋਣੀਆਂ। ਓਕੇ, UPSC ਜਾਂ ਫਿਰ SPSC। ਠੀਕ ਹੈ, ਯਾਨੀ ਸਟੇਟ ਲੈਵਲ ਦੀਆਂ ਸਿਵਲ ਸਰਵਿਸਿਜ਼ ਐਂਡ ਸੈਂਟਰ ਲੈਵਲ ਦੇ ਉੱਪਰ ਸਿਵਲ ਸਰਵਿਸਿਜ਼। ਓਕੇ, ਇਹ ਸਾਡੇ ਐਡਮਿਨਿਸਟ੍ਰੇਸ਼ਨ ਨੂੰ ਚਲਾਉਣ ਦੇ ਲਈ ਜ਼ਰੂਰੀ ਹੈ। ਇਸ ਤੋਂ ਬਾਅਦ CAG ਯਾਨੀ ਕਿ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ। ਠੀਕ ਹੈ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਆ ਕਿਉਂਕਿ ਇਹ ਇੰਨਾ ਜ਼ਿਆਦਾ ਪਾਵਰਫੁਲ ਰੱਖਿਆ ਗਿਆ ਹੈ ਕਿ ਇਹਦੇ ਕੋਲੋਂ ਪਾਵਰ ਹੁੰਦੀ ਹੈ ਪਾਰਲੀਮੈਂਟ ਦੀ, ਸਾਡੀ ਸੈਂਟਰ ਗਵਰਨਮੈਂਟ ਦੀ ਆਡਿਟਸ ਕਰਵਾ ਸਕੇ। ਠੀਕ ਹੈ, ਤਾਂ ਇਹ ਆਡਿਟ ਕਰਕੇ ਦੇਖਦਾ ਹੈ ਕਿ ਸਾਡੇ ਸੈਂਟਰ ਦੇ ਕੋਲੋਂ ਜੋ ਵੀ ਪੈਸਾ ਆਇਆ, ਟੈਕਸ ਆਇਆ, ਰੈਵਨਿਊ ਆਏ, ਕੀ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਇਹਨੇ ਖਰਚ ਕੀਤਾ ਹੈ। ਠੀਕ ਹੈ, ਔਰ ਇਹਦੀ ਰਿਪੋਰਟ ਇਹ ਪੇਸ਼ ਕਰਦਾ ਹੈ CAG। ਆਫਟਰ ਦੈਟ ਗੱਲ ਕਰ ਲੈਂਦੇ ਹਾਂ ਐਮਰਜੈਂਸੀ ਪ੍ਰੋਵੀਜ਼ਨਸ ਦੀ। ਦੇਖੋ, ਸਾਡੇ ਦੇਸ਼ ਦੇ ਵਿੱਚ ਨਾ 3 ਤਰ੍ਹਾਂ ਦੀ ਐਮਰਜੈਂਸੀ ਲੱਗਦੀ ਹੈ। ਓਕੇ, ਮੈਂ ਤੁਹਾਨੂੰ ਪਿੱਛੇ ਹੀ ਦੱਸਿਆ ਕਿ ਅਸੀਂ ਐਮਰਜੈਂਸੀ ਪ੍ਰੋਵੀਜ਼ਨ ਕਿਸੇ ਦੇਸ਼ ਤੋਂ ਅਡਾਪਟ ਕੀਤੀਆਂ। ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸੋਗੇ ਅਸੀਂ ਇਹ ਕਿਹੜੇ ਦੇਸ਼ ਤੋਂ ਲਈਆਂ। ਠੀਕ ਹੈ, ਤਾਂ ਇੱਕ ਹੁੰਦੀ ਹੈ ਸਾਡੀ ਨੈਸ਼ਨਲ ਐਮਰਜੈਂਸੀ, ਦੂਸਰੀ ਹੈ ਪ੍ਰੈਜ਼ੀਡੈਂਟਸ ਰੂਲ, ਜਿਸ ਨੂੰ ਕਿ ਤੁਸੀਂ ਅਕਸਰ ਸਟੇਟ ਐਮਰਜੈਂਸੀ ਵੀ ਬੋਲ ਦਿੰਦੇ ਹੋ, ਬਟ ਅਗਰ ਐਕਚੁਅਲ ਵਰਡ ਦੇਖੋਗੇ ਦੈਟ ਇਜ਼ ਪ੍ਰੈਜ਼ੀਡੈਂਟ ਰੂਲ। ਓਕੇ, 3rd ਨੰਬਰ ਤੇ ਹੁੰਦੀ ਹੈ ਸਾਡੀ ਫਾਈਨੈਂਸ਼ੀਅਲ ਐਮਰਜੈਂਸੀ। ਇਹਨਾਂ ਦੇ ਆਰਟੀਕਲ ਤੁਹਾਨੂੰ ਯਾਦ ਰਹਿਣੇ ਚਾਹੀਦੇ ਆ ਐਂਡ ਇਹਨਾਂ ਨੂੰ ਤੁਸੀਂ 4 ਦੇ ਗੈਪ ਦੇ ਨਾਲ ਯਾਦ ਰੱਖ ਸਕਦੇ ਹੋ। ਆਰਟੀਕਲ 352 +4 356 +4 360। ਓਕੇ, ਤਾਂ ਇਸ ਤਰ੍ਹਾਂ ਸਾਨੂੰ NPF ਯਾਨੀ ਕਿ ਸਾਡੀਆਂ ਐਮਰਜੈਂਸੀ ਦੀਆਂ 3 ਪ੍ਰੋਵੀਜ਼ਨਸ ਮਿਲ ਜਾਂਦੀਆਂ। ਓਕੇ, ਔਰ ਇਸ ਤੋਂ ਬਾਅਦ ਜਦੋਂ ਐਮਰਜੈਂਸੀ ਹੁੰਦੀ ਹੈ ਤਾਂ ਤੁਸੀਂ ਯਾਦ ਰੱਖਣਾ ਹੈ ਉਸ ਟਾਈਮ ਦੇ ਉੱਪਰ ਸਟੇਟ ਦੀਆਂ ਸਾਰੀਆਂ ਪਾਵਰਸ ਕਿਸ ਕੋਲ ਚਲੀਆਂ ਜਾਂਦੀਆਂ, ਸੈਂਟਰ ਕੋਲੋਂ। ਕਹਿਣ ਦਾ ਮਤਲਬ ਸਾਡੀ ਜਿਹੜੀ ਸੈਂਟਰ ਹੈ ਉਸ ਟਾਈਮ ਸਭ ਤੋਂ ਜ਼ਿਆਦਾ ਪਾਵਰਫੁਲ ਹੋ ਜਾਂਦੀ ਹੈ, ਸਭ ਤੋਂ ਜ਼ਿਆਦਾ ਸੁਪਰੀਮ ਹੋ ਜਾਂਦੀ ਹੈ। ਠੀਕ ਹੈ, ਤਾਂ ਇਸ ਲਈ ਅਗਰ ਤੁਹਾਡੇ ਕੋਲੋਂ ਘੁਮਾ ਕੇ ਕੁਐਸਚਨ ਪੁੱਛਿਆ ਜਾਏ ਕਿ ਐਮਰਜੈਂਸੀ ਦੇ ਟਾਈਮ ਦੇ ਉੱਪਰ ਸਾਡੀ ਕਿੱਦਾਂ ਦੀ ਗਵਰਨਮੈਂਟ ਬਣ ਜਾਂਦੀ ਹੈ, ਤਾਂ ਤੁਸੀਂ ਯਾਦ ਰੱਖਣਾ ਹੈ ਕਿ ਜਿੰਨੀ ਦੇਰ ਐਮਰਜੈਂਸੀ ਇੰਪੋਜ਼ ਰਹਿੰਦੀ ਹੈ ਉਦੋਂ ਤੱਕ
ਸਾਡਾ ਜਿਹੜਾ ਫੈਡਰਲ ਸਟਰਕਚਰ ਹੈ ਇਹ ਬਦਲ ਜਾਂਦਾ ਹੈ ਯੂਨਿਟਰੀ ਸਟਰਕਚਰ ਦੇ ਵਿੱਚ, ਠੀਕ ਹੈ, ਬਿਕਾਜ਼ ਸੈਂਟਰ ਕੱਲਾ ਹੀ ਹੈ ਜੋ ਪਾਵਰਫੁਲ ਹੋ ਜਾਂਦਾ ਹੈ, ਇਸ ਦੇ ਕੋਰੀ ਸਾਰੀਆਂ ਦੀਆਂ ਸਾਰੀਆਂ ਪਾਵਰਸ ਚਲੀਆਂ ਜਾਂਦੀਆਂ, ਠੀਕ ਹੈ। ਤਾਂ ਇੱਥੇ ਅਸੀਂ ਸਾਰੇ ਹੀ ਸੇਲੀਐਂਟ ਫੀਚਰਸ ਨੂੰ ਕਰ ਲਿਆ ਹੈਗਾ ਆ। ਅਗਰ ਤੁਹਾਨੂੰ ਇਸ ਲੈਕਚਰ ਦੀ PDF ਚਾਹੀਦੀ ਹੋਏਗੀ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਟੈਲੀਗ੍ਰਾਮ ਚੈਨਲ ਦਾ ਲਿੰਕ, ਠੀਕ ਹੈ। ਤਾਂ ਉੱਥੋਂ ਤੁਸੀਂ ਟੈਲੀ ਨੂੰ ਜੁਆਇਨ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਡੇ ਸਾਰੇ ਹੀ ਸੈਸ਼ਨਸ ਦੀਆਂ PDFs ਮਿਲ ਜਾਂਦੀਆਂ, ਓਕੇ। ਐਂਡ ਆਈ ਹੋਪ ਕਿ ਤੁਹਾਨੂੰ ਅੱਜ ਦੇ ਸੈਸ਼ਨ ਦੇ ਵਿੱਚ ਕੁਛ ਨਾ ਕੁਛ ਨਿਊ ਜ਼ਰੂਰ ਸਿੱਖਣ ਨੂੰ ਮਿਲਿਆ ਹੋਏਗਾ। ਅਗਰ ਤੁਹਾਨੂੰ ਮੇਰੇ ਦੁਆਰਾ ਕੀਤੇ ਗਏ ਐਫਰਟਸ ਅੱਛੇ ਲੱਗ ਰਹੇ ਹੈ ਤਾਂ ਸੈਸ਼ਨ ਨੂੰ ਲਾਈਕ ਕਰਕੇ ਹੌਸਲਾ ਜ਼ਰੂਰ ਵਧਾਇਆ ਕਰੋ, ਠੀਕ ਹੈ, ਤਾਂ ਕਿ ਮੈਂ ਐਦਾਂ ਦੇ ਸੈਸ਼ਨ ਹੋਰ ਵੀ ਤੁਹਾਡੇ ਲਈ ਲਿਆਂਦੀ ਰਵਾਂ। ਅਗਰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਪੇਡ ਬੈਚ ਲੈਣਾ ਚਾਹੁੰਦੇ ਹੋ, ਵੈਦਰ ਮਾਸਟਰ ਕੇਡਰ ਦਾ ਜਾਂ ਫਿਰ ਲੈਕਚਰਰ ਕੇਡਰ ਦਾ, ਤਾਂ ਤੁਸੀਂ 6280492562 ਇਸ ਨੰਬਰ ਦੇ ਉੱਪਰ ਕਾਲ ਕਰਕੇ ਔਰ ਆਪਣੀ ਸੀਟ ਨੂੰ ਰਿਜ਼ਰਵ ਕਰਵਾ ਸਕਦੇ ਹੋ, ਕੁਐਰੀਜ਼ ਨੂੰ ਜੋ ਹੈ ਕੰਪਲੀਟ ਕਰਵਾ ਸਕਦੇ ਹੋ, ਠੀਕ ਹੈ। With these words, thank you so much. Have a nice time. Keep studying. Bye-bye.